ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਅਨ ਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਗੁਰੂ ਅਮਰਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 113 और 14 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਵਡਿਆਈ ਕਰਦਿਆਂ, ਸ਼ਬਦ ਦੀ ਸ਼ੋਭਾ ਕਰਦਿਆਂ ਉਸ ਅਕਾਲ ਪੁਰਖ ਜੀ ਕੀ ਰਹਿਮਤ ਦੀ ਬਾਤ ਨੂੰ ਦਰਸਾਇਆ ਔਰ ਜੀਵ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੀ ਜੀਵਨ ਦੇ ਵਿੱਚੋਂ ਭਟਕਣਾਵਾਂ ਤੇ ਭਰਮ ਜਿਹੜੇ ਨੇ ਉਹਦੀ ਨਿਵਰਤੀ ਕਿਸ ਤਰੀਕੇ ਕਰ ਸਕਦਾ ਹੈ।
ਤੇ ਗੁਰੂ ਸਾਹਿਬ ਜੀ ਨੇ ਅੱਜ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਆਖਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ। ਜਿਸ ਉੱਤੇ ਉਹ ਆਪਣੀ ਮਿਹਰ ਕਰਦਾ ਹੈ, ਆਪਣੀ ਕਿਰਪਾ ਕਰਦਾ ਹੈ, ਉਹੀ ਸੇਵਕ ਉਹਦੀ ਪ੍ਰਾਪਤੀ ਕਰਦਾ ਹੈ। ਹੁਣ ਇੱਥੇ ਜਦੋਂ ਰਹਾਉ ਦੀ ਪੰਕਤੀ ਨੂੰ ਲੈ ਕੇ ਚੱਲਦੇ ਹਾਂ, ਸੋਈ ਜਨ ਪਾਏ ਮਤਲਬ ਉਹ ਸੇਵਕ ਹਾਸਲ ਕਰਦਾ ਹੈ ਕਿ ਸਤਿਗੁਰੂ ਜੀ ਕੇ ਉਪਦੇਸ਼ ਨੂੰ, ਗੁਰੂ ਸਾਹਿਬ ਜੀ ਕੀ ਪਾਵਨ ਬਾਣੀ ਨੂੰ, ਜਾਂ ਇਉਂ ਕਹਿ ਲਈਏ ਕਿ ਗੁਰੂ ਪਾਤਸ਼ਾਹ ਗੁਰੂ ਰੂਪੀ ਸਰ ਨੂੰ, ਗੁਰੂ ਰੂਪੀ ਸਰੋਵਰ ਨੂੰ ਉਹ ਹਾਸਲ ਕਰਦਾ ਹੈ, ਜਿਹਦੇ ਸਦਕਾ ਮਨ ਉੱਤੇ ਲੱਗੀ ਹੋਈ ਮੈਲ ਲੱਥ ਜਾਂਦੀ ਹੈ, ਜਿਹਦੇ ਉੱਤੇ ਉਹ ਪਰਮੇਸ਼ਵਰ ਆਪ ਵਡਿਆਈ, ਆਪ ਕਿਰਪਾ ਕਰਦੇ ਨੇ, ਆਪਣੀ ਕਿਰਪਾ ਕਰੇ, ਜਿਹਦੇ ਉੱਤੇ ਉਹਨੇ ਆਪਣੀ ਕਿਰਪਾ ਕੀਤੀ। ਸੋਈ ਜਨ ਪਾਏ, ਉਸੇ ਜੀਵ ਨੇ ਉਹਦੀ ਪ੍ਰਾਪਤੀ, ਗੁਰਬਾਣੀ ਦੀ ਪ੍ਰਾਪਤੀ ਕਹਿ ਲਓ, ਗੁਰੂ ਉਪਦੇਸ਼ ਦੀ ਪ੍ਰਾਪਤੀ ਕਹਿ ਲਓ, ਜਾਂ ਗੁਰੂ ਰੂਪੀ ਸਰ ਦੀ ਪ੍ਰਾਪਤੀ ਕਹਿ ਲਓ, ਸਰੋਵਰ ਦੀ ਪ੍ਰਾਪਤੀ ਆਖ ਲਈਏ, ਵੀ ਉਹ ਜੀਵ ਨੇ ਹਾਸਲ ਕੀਤੀ ਜਿਹਦੇ ਉੱਤੇ ਉਹਨੇ ਆਪਣੀ ਰਹਿਮਤ ਵਰਤਾਈ ਹੈ। ਫਿਰ ਨਾਲ ਆਖਰੇ ਮਾਲਕ ਜੀ ਕਹਿੰਦੇ, ਗੁਰ ਕਾ ਸ਼ਬਦ ਮਨ ਵਸਾਏ। ਜਿਹੜਾ ਕਿਰਪਾ ਦਾ ਪਾਤਰ ਬਣੇਗਾ, ਗੁਰੂ ਕਾ ਸ਼ਬਦ ਉਹਦੇ ਮਨ ਵਿੱਚ ਹੀ ਵਸਦਾ ਹੈ। ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ ਸ਼ਲੋਕ ਰੂਪ ਵਿੱਚ, ਜਿੱਥੇ ਮਾਲਕ ਜੀ ਜ਼ਿਕਰ ਕਰਦੇ ਆ, ਕਹਿੰਦੇ ਵੀ ਗਿਆਨ ਦਾ ਸੁਰਮਾ ਭਾਵੇਂ ਗੁਰੂ ਕੋਲੋਂ ਮਿਲਦਾ ਹੈ, ਪਰ ਜਦੋਂ ਗਿਆਨ ਦੇ ਸੁਰਮੇ ਦੀ ਪ੍ਰਾਪਤੀ ਦੀ ਬਾਤ ਆਉਂਦੀ ਹੈ ਤੇ ਅਕਾਲ ਪੁਰਖ ਪਰਮੇਸ਼ਵਰ ਦੀ ਰਹਿਮਤ ਤੋਂ ਬਿਨਾਂ ਨਹੀਂ। ਸਤਿਗੁਰੂ ਜੀ ਜ਼ਿਕਰ ਕਰਦੇ ਆ, ਕਹਿੰਦੇ ਗਿਆਨ ਅੰਜਨ ਗੁਰ ਦੀਆ, ਕਿਉਂਕਿ ਸ਼ਬਦ ਜਿਹੜਾ ਉਹ ਗਿਆਨ ਦਾ ਇੱਕ ਸੁਰਮਾ ਹੈ, ਔਰ ਸ਼ਬਦ ਨੇ, ਗਿਆਨ ਨੇ ਸਾਡੇ ਜੀਵਨ ਵਿਚਲੀ ਅਗਿਆਨਤਾ ਨੂੰ ਖਤਮ ਕਰਨਾ ਹੈ। ਸਾਨੂੰ ਅਗਿਆਨਤਾ ਨਾਲ ਲੜਨਾ ਪੈਂਦਾ ਹੈ, ਅਗਿਆਨਤਾ ਦੇ ਨਾਲ ਅਗਿਆਨਤਾ ਨੂੰ ਮਿਟਾਉਣ ਵਾਸਤੇ ਗਿਆਨ ਨਾਲ ਸੰਬੰਧ ਬਣਾਉਣਾ ਪੈਂਦਾ। ਜਦੋਂ ਸਾਡਾ ਗਿਆਨ ਨਾਲ ਸੰਬੰਧ ਬਣ ਜਾਂਦਾ ਹੈ, ਵਿਦਿਆ ਨਾਲ ਸਾਡਾ ਸੰਬੰਧ ਜੁੜ ਜਾਂਦਾ ਹੈ, ਚੇਤਾ ਰੱਖੀਏ ਉਸ ਦਿਨ ਅਗਿਆਨਤਾ ਆਪੇ ਚਲੀ ਜਾਂਦੀ ਹੈ, ਅਵਿਦਿਆ ਸਾਡਾ ਖਹਿੜਾ ਆਪੇ ਛੱਡ ਦਿੰਦੀ ਹੈ। ਪਰ ਜੇ ਅਸੀਂ ਵਿਦਿਆ ਤੇ ਗਿਆਨ ਦੇ ਨਾਲ ਆਪਣਾ ਹੀ ਸਾਂਝ ਬਣਾਵਾਂਗੇ ਤੇ ਮਾਲਕ ਜੀ ਕਹਿੰਦੇ ਜਿਹਦੇ ਉੱਤੇ ਉਸ ਪਰਮੇਸ਼ਵਰ ਨੇ ਕਿਰਪਾ ਕੀਤੀ, ਉਹ ਆਪਣੇ ਮਨ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ ਗੁਰੂ ਕੇ ਸ਼ਬਦ ਨੂੰ ਵਸਾਉਂਦਾ ਹੈ, ਤੇ ਗੁਰੂ ਕੇ ਸ਼ਬਦ ਨੂੰ ਵਸਾ ਕਰਕੇ ਫਿਰ ਉਹ ਜੀਵ ਦਿਨ ਰਾਤ ਅਨ ਦਿਨ ਸਦਾ ਰਹੇ ਭੈ ਅੰਦਰ ਉਸ ਪਰਮੇਸ਼ਵਰ ਦੇ ਨਿਰਮਲ ਭਾਵ ਵਿੱਚ ਰਹਿੰਦਾ ਹੈ, ਔਰ ਭੈ ਮਾਰ ਦੁਨਿਆਵੀ ਡਰ ਜਿਹੜਾ ਹੈ ਉਹਨੂੰ ਮਾਰ ਕੇ ਭਰਮ ਚੁਕਾਵਣਿਆ, ਆਪਣੀਆਂ ਜਿੰਨੀਆਂ ਭਟਕਣਾਵਾਂ ਨੇ, ਆਪਣੇ ਜਿੰਨੇ ਵਹਿਮ ਨੇ, ਉਹਨਾਂ ਸਾਰਿਆਂ ਨੂੰ ਉਹ ਆਪਣੇ ਜੀਵਨ ਦੇ ਵਿੱਚੋਂ ਖਤਮ ਕਰ ਲੈਂਦਾ ਹੈ, ਮਾਰ ਲੈਂਦਾ ਹੈ। ਪਰ ਉਦੋਂ ਪਹਿਲਾਂ ਜਿਨ੍ਹੇ ਆਪਣੇ ਮਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰਤੀ ਨਿਰਮਲ ਭਾਵ ਪੈਦਾ ਕੀਤਾ, ਸੰਸਾਰ ਦੇ ਪ੍ਰਤੀ ਜਿਹੜਾ ਭੈ ਸੀ ਉਸ ਭੈ ਨੂੰ ਖਤਮ ਕਰਤਾ, ਭੈ ਮਾਰ ਕੇ ਭੈ ਨੂੰ ਹੀ ਆਪਣੇ ਅੰਦਰ ਜੀਵਤ ਕੀਤਾ। ਜਾਂ ਇਉਂ ਕਹਿ ਲਓ, ਰੱਬ ਜੀ ਪ੍ਰਤੀ ਡਰ ਰੱਖ ਕੇ ਤੇ ਸੰਸਾਰ ਦਾ ਡਰ ਖਤਮ ਕਰ ਲਿਆ। ਜਿਨ੍ਹੇ ਸੰਸਾਰ ਦਾ ਡਰ ਖਤਮ ਕੀਤਾ, ਉਹ ਆਪਣੇ ਜੀਵਨ ਦੇ ਵਿੱਚੋਂ ਫਿਰ ਸੰਸਾਰ ਪ੍ਰਤੀ ਜਿਹੜੇ ਵਹਿਮ ਨੇ, ਸੰਸਾਰ ਪ੍ਰਤੀ ਜਿਹੜੇ ਭਰਮ ਨੇ, ਉਹਨਾਂ ਭਰਮਾਂ ਨੂੰ ਤੇ ਉਹਨਾਂ ਵਹਿਮਾਂ ਨੂੰ ਵੀ ਖਤਮ ਕਰ ਲੈਂਦਾ ਹੈ। ਪਰ ਇਹਨਾਂ ਸਾਰਿਆਂ ਦੀ ਪ੍ਰਕਿਰਿਆ, ਜਿਹੜਾ ਇਹ ਸਾਰਾ ਕਰਮ ਹੈ, ਉਦੋਂ ਬਣਦਾ ਹੈ ਜਦੋਂ ਜੀਵ ਆਪਣੇ ਹਿਰਦੇ ਦੇ ਅੰਦਰ ਗੁਰੂ ਕੇ ਸ਼ਬਦ ਨੂੰ ਵਸਾ ਲੈਂਦਾ ਹੈ। ਮਤਲਬ ਇਉਂ ਕਹਿ ਸਕਦੇ ਹਾਂ ਕਿ ਗੁਰੂ ਕਾ ਸ਼ਬਦ ਜਿਹੜਾ ਹੈ, ਇਹ ਸਾਡੇ ਹਿਰਦੇ ਦੇ ਅੰਦਰ ਜਿੱਥੇ ਗਿਆਨ ਦਾ ਚਾਨਣ ਕਰਦਾ ਹੈ, ਜਿੱਥੇ ਗਿਆਨ ਦੀ ਰੌਸ਼ਨੀ ਸਾਨੂੰ ਗੁਰੂ ਕਾ ਸ਼ਬਦ ਦਿੰਦਾ ਹੈ, ਉੱਥੇ ਸਾਡੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰਤੀ ਨਿਰਮਲ ਭਾਵ ਵੀ ਪੈਦਾ ਕਰਦਾ ਹੈ। ਨਿਰਮਲ ਭਾਵ ਮਤਲਬ ਚੰਗਾ ਡਰ, ਜਿਹਨੂੰ ਅਸੀਂ ਅਦਬ ਵਾਲਾ,
ਸਤਿਕਾਰ ਵਾਲਾ ਡਰ ਕਹਿ ਸਕਦੇ ਹਾਂ। ਰੱਬ ਜੀ ਪ੍ਰਤੀ ਅਦਬ, ਰੱਬ ਜੀ ਪ੍ਰਤੀ ਸਤਿਕਾਰ, ਰੱਬ ਜੀ ਦੇ ਪ੍ਰਤੀ ਨਿਰਮਲ ਭਾਉ ਗੁਰੂ ਦੇ ਸ਼ਬਦ ਨੇ, ਗੁਰੂ ਕੇ ਉਪਦੇਸ਼ ਨੇ ਸਾਡੇ ਅੰਦਰ ਪੈਦਾ ਕੀਤਾ। ਜਦੋਂ ਗੁਰੂ ਉਪਦੇਸ਼ ਅਸੀਂ ਧਾਰਿਆ ਜਾਂ ਗੁਰੂ ਉਪਦੇਸ਼ ਦੇ ਅਸੀਂ ਧਾਰਨੀ ਬਣੇ, ਫਿਰ ਉਦੋਂ ਸੰਸਾਰਿਕ ਡਰ ਜਿੰਨੇ ਨੇ ਉਹਨਾਂ ਸਾਰਿਆਂ ਤੋਂ ਜੀਵ ਦਾ ਛੁਟਕਾਰਾ ਹੋ ਜਾਂਦਾ। ਕਿਉਂਕਿ ਜਦੋਂ ਆਪਾਂ ਅੱਜ ਦੇ ਸਮੇਂ ਤੇ ਹਾਲਾਤ ਨੂੰ ਵੇਖਦੇ ਹਾਂ, ਇਨਸਾਨ ਪਰਮੇਸ਼ਵਰ ਤੋਂ ਨਹੀਂ ਡਰਦਾ, ਰੱਬ ਤੋਂ ਨਹੀਂ ਡਰਦਾ। ਅੱਜ ਦਾ ਇਨਸਾਨ ਦੇ ਕੋਲੋਂ ਖੌਫ ਰੱਖਦਾ। ਇਨਸਾਨ ਤੋਂ ਤੇ ਡਰਦਾ ਹੈ, ਜਿਸ ਕਰਕੇ ਕੋਈ ਵੀ ਕਰਮ ਜਿਹੜਾ ਹੈ ਉਹ ਇਨਸਾਨ ਪਰਮੇਸ਼ਵਰ ਤੋਂ ਜਿਹੜਾ ਹੈ ਉਹਦੇ ਸਨਮੁਖ ਜਾਂ ਪਰਮੇਸ਼ਵਰ ਦਾ ਡਰ ਆਪਣੇ ਹਿਰਦੇ ਵਿੱਚ ਨਾ ਰੱਖਦਾ ਹੋਇਆ ਮਨੁੱਖ ਦਾ ਡਰ ਰੱਖਦਿਆਂ ਚੰਗੇ ਔਰ ਮਾੜੇ ਕਰਮ ਨੂੰ ਕਰਨ ਲੱਗਿਆਂ ਸੋਚਦਾ ਔਰ ਵਿਚਾਰਦਾ ਹੈ। ਪਰ ਕਦੇ ਵੀ ਇਨਸਾਨ ਨੇ ਰੱਬ ਦਾ ਡਰ ਰੱਖ ਕੇ ਚੰਗੇ ਜਾਂ ਮਾੜੇ ਕਰਮ ਕਰਨ ਨੂੰ ਨਹੀਂ ਵਿਚਾਰਿਆ। ਉਦੋਂ ਸਿਰਫ ਕਿਉਂਕਿ ਇਨਸਾਨ ਦਾ ਜਿਹੜਾ ਸੁਭਾਅ ਹੈ ਉਹਨੂੰ ਸਤਿਗੁਰੂ ਜੀ ਬਾਣੀ ਵਿੱਚ ਪ੍ਰਗਟਾਉਂਦਿਆਂ ਆਖਦੇ, ਦੇ ਕਿਵਾਰ ਅਨਕ ਪਰਦੇ ਮਹਿ ਪਰਦਾਰਾ ਸੰਗ ਫਾਕੈ, ਚਿਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ। ਹੁਣ ਉਸ ਵਕਤ ਸਤਿਗੁਰੂ ਜੀ ਦਰਸਾ ਤੇ ਇਹੋ ਰਹੇ ਨੇ ਕਿ ਆਪਣੇ ਭੈੜੇ ਕਰਮਾਂ ਨੂੰ ਛਪਾਉਣ ਵਾਸਤੇ ਤੂੰ ਦੁਨੀਆ ਤੋਂ, ਸੰਸਾਰ ਤੋਂ ਪਰਦਾ ਕੀਤਾ। ਸੰਸਾਰ ਤੋਂ ਪਰਦੇ ਦਾ ਕਾਰਨ ਕੀ ਹੈ ਕਿ ਸਾਨੂੰ ਦੁਨਿਆਵੀ ਡਰ ਤੇ ਹੈ, ਮਨੁੱਖਾਂ ਦਾ ਡਰ ਤੇ ਹੈ, ਪਰ ਪਰਮੇਸ਼ਵਰ ਦਾ ਨਹੀਂ। ਜੇ ਰੱਬ ਜੀ ਦਾ ਡਰ ਹੁੰਦਾ ਤੇ ਫਿਰ ਹਰ ਵਕਤ ਜ਼ਿੰਦਗੀ ਦੇ ਅੰਦਰ ਇਨਸਾਨ ਚੰਗੇ ਕਰਮ ਕਮਾਉਂਦਾ, ਚੰਗੇ ਕਰਮ ਕਰਦਾ ਹੋਇਆ ਤੇ ਆਪਣੇ ਜੀਵਨ ਨੂੰ ਚੰਗਿਆਈਆਂ ਦੇ ਆਧਾਰ ਉੱਤੇ ਬਸਰ ਕਰਦਾ, ਚੰਗਿਆਈਆਂ ਦੇ ਆਧਾਰ ਤੇ ਜਿਉਂਦਾ। ਪਰ ਰੱਬੀ ਡਰ ਨਾ ਹੋਣ ਦਾ ਇਹ ਇੱਕ ਸਬੂਤ ਕਹਿ ਸਕਦੇ ਹਾਂ, ਇੱਕ ਪ੍ਰੂਫ ਆਖ ਸਕਦੇ ਹਾਂ ਕਿ ਇਨਸਾਨ ਦੁਨੀਆ ਤੋਂ ਤੇ ਆਪਣੇ ਕਰਮ ਛੁਪਾ ਲੈਂਦਾ ਹੈ। ਦੁਨੀਆ ਤੋਂ ਤੇ ਆਪਣੇ ਕਰਮ ਜਿਹੜੇ ਉਹਨਾਂ ਨੂੰ ਕਰਦਾ, ਦੁਨੀਆ ਤੋਂ ਡਰਦਾ ਹੋਇਆ ਕਰਮ ਕਰਦਾ ਹੈ, ਕਿਤੇ ਕੋਈ ਮਨੁੱਖ ਜਾਂ ਕੋਈ ਜੀਵ ਮੈਨੂੰ ਨਾ ਵੇਖ ਲਏ। ਪਰ ਪਰਮੇਸ਼ਵਰ ਦੇ ਪ੍ਰਤੀ ਨਾ ਕਦੇ ਇਹ ਅਦਬ ਆਇਆ, ਨਾ ਕਦੇ ਇਹ ਭੈ ਆਇਆ, ਤੇ ਨਾ ਹੀ ਕਦੇ ਇਹ ਸਤਿਕਾਰ ਆਇਆ। ਤੇ ਸਤਿਗੁਰੂ ਜੀ ਅੱਜ ਆਖਰੇ ਕਹਿੰਦੇ, ਗੁਰੂ ਕਾ ਸ਼ਬਦ ਜਦੋਂ ਜੀਵ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਤੇ ਗੁਰੂ ਕਾ ਸ਼ਬਦ ਸਾਡੇ ਹਿਰਦੇ ਦੇ ਅੰਦਰ ਇਹੋ ਇੱਕ ਨਿਰਮਲ ਭਾਉ, ਇੱਕ ਨਿਰਮਲ ਡਰ ਰੱਬ ਜੀ ਪ੍ਰਤੀ ਪੈਦਾ ਕਰਦਾ ਹੈ, ਜਿਹੜਾ ਸਾਡੇ ਫਿਰ ਅੰਦਰਲੇ ਜਿਹੜੇ ਵਹਿਮ ਨੇ ਜਾਂ ਅੰਦਰਲੇ ਜਿਹੜੇ ਭਰਮ ਨੇ, ਉਹਨਾਂ ਵਹਿਮਾਂ ਤੋਂ, ਉਹਨਾਂ ਭਰਮਾਂ ਤੋਂ ਸਾਡਾ ਛੁਟਕਾਰਾ ਕਰਵਾਉਂਦਾ ਹੈ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਫਿਰ ਕਹਿੰਦੇ ਭਰਮ ਚੁਕਾਇਆ। ਹੁਣ ਭਰਮ ਖਤਮ ਹੋ ਗਿਆ। ਜਦੋਂ ਭਰਮ ਖਤਮ ਹੋਇਆ ਤੇ ਸਦਾ ਸੁਖ ਪਾਇਆ। ਜੀਵ ਹਮੇਸ਼ਾ ਦੇ ਲਈ ਸੁਖ ਜਿਹੜਾ ਉਹਨੂੰ ਪ੍ਰਾਪਤ ਕਰ ਲੈਂਦਾ, ਹਾਸਲ ਕਰ ਲੈਂਦਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਪਰਮ ਪਦ ਪਾਇਆ। ਪਰਮ ਪਦ ਮਤਲਬ ਉੱਚੀ ਅਵਸਥਾ ਪ੍ਰਾਪਤ ਕਰ ਲਈ। ਹੁਣ ਅੰਤਰ ਨਿਰਮਲ, ਅੰਦਰ ਨਿਰਮਲ ਹੋ ਗਿਆ। ਨਿਰਮਲ ਬਾਣੀ, ਨਿਰਮਲ ਬਾਣੀ ਦੇ ਸਦਕਾ ਹਰ ਗੁਣ ਸਹਿਜੇ ਗਾਵਣਿਆ। ਤੇ ਜੀਵ ਹੁਣ ਹਰੀ ਪਰਮਾਤਮਾ ਦੇ ਗੁਣ ਨਾ ਸਹਿਜ ਸੁਭਾਅ, ਸੁਤੇ ਸਿੱਧ ਸੁਭਾਵਕ ਹੀ ਉਹਦੇ ਗੁਣਾਂ ਨੂੰ ਗਾਉਂਦਾ ਹੈ। ਭਰਮ ਦਾ ਮਤਲਬ ਹੁੰਦਾ ਹੈ ਭਟਕਣਾ। ਜਦੋਂ ਗੁਰਬਾਣੀ ਨੂੰ ਪੜ੍ਹੀਏ ਤੇ ਗੁਰਬਾਣੀ ਨੇ ਭਰਮ ਦੀ ਪਰਿਭਾਸ਼ਾ ਦਿੰਦਿਆਂ ਆਖਿਆ, ਜੈਸਾ ਮਾਨੀਐ ਹੋਏ ਨਾ ਤੈਸਾ।
ਅਸੀਂ ਜਿੱਦਾਂ ਦਾ ਮੰਨਦੇ ਆ ਉਦਾਂ ਦਾ ਹੁੰਦਾ ਨਹੀਂ, ਉਹਨੂੰ ਭਰਮ ਕਹਿੰਦੇ ਨੇ। ਜਿਵੇਂ ਆਪਾਂ ਭਗਤ ਰਵਿਦਾਸ ਜੀ ਨੇ ਫਿਰ ਬਕਾਇਦਾ ਉੱਥੇ ਉਦਾਹਰਨਾਂ ਦਿੱਤੀਆਂ, ਜਿਵੇਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਹੁਣ ਜੈਸਾ ਮਾਨੀਐ ਹੋਏ ਨਾ ਤੈਸਾ। ਉਹ ਮੰਨ ਰਿਹਾ ਪਰ ਉਦਾਂ ਦਾ ਹੈ ਨਹੀਂ, ਬੈਠਾ ਤੇ ਉਹ ਸਿੰਘਾਸਨ ਦੇ ਉੱਤੇ ਹੀ ਹੈ, ਆਪਣੀ ਰਾਜ ਗੱਦੀ ਤੇ ਬੈਠਾ, ਪਰ ਰਾਜ ਗੱਦੀ ਤੇ ਬੈਠਿਆਂ ਇੱਕ ਸੁਪਨਾ ਵੇਖਦਾ ਹੈ। ਤੇ ਉਹ ਸੁਪਨਾ ਕੀ ਵੇਖਦਾ ਹੈ ਕਿ ਮੈਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ, ਆਪਣੇ ਹੱਥ ਦੇ ਅੰਦਰ ਮੈਂ ਇੱਕ ਖੱਪਰ ਇੱਕ ਠੂਠਾ ਫੜਿਆ, ਜਿਹਨੂੰ ਲੈ ਕੇ ਤੇ ਮੈਂ ਲੋਕਾਂ ਦੇ ਕੋਲੋਂ ਮੰਗਦਾ ਫਿਰਦਾ। ਹੁਣ ਉਹ ਇਸ ਗੱਲ ਨੂੰ ਸੱਤ ਕਰਕੇ ਜਾਣ ਲੈਂਦਾ ਹੈ, ਤੇ ਉਹ ਜਦੋਂ ਇਹਨੂੰ ਸੱਤ ਕਰਕੇ ਜਾਣਦਾ ਹੈ ਤੇ ਉਹਦੀ ਜਿਹੜੀ ਉੱਥੇ ਰਾਜ ਗੱਦੀ ਉੱਤੇ ਬੈਠ ਕੇ ਉਹ ਆਰਾਮ ਦੇ ਨਾਲ ਸੁੱਤਾ ਪਿਆ ਨੀਂਦ ਲੈ ਰਿਹਾ ਨਾ, ਉਹ ਨੀਂਦ ਖੁੱਲ ਜਾਂਦੀ, ਤਰਬਕ ਉੱਠਦਾ, ਉਹ ਡਰ ਉੱਠਦਾ ਵੀ ਆਹ ਹਾਲਾਤ ਕੀ ਬਣ ਗਏ, ਵੀ ਅਜੇ ਤੇ ਮੈਂ ਰਾਜ ਗੱਦੀ ਤੇ ਹਾਂ, ਅਜੇ ਤੇ ਮੈਂ ਰਾਜਾ ਸਾਂ ਜਾਂ ਰਾਜਾ ਬਣ ਕੇ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ, ਇਹ ਅਚਾਨਕ ਚੱਕ ਇਦਾਂ ਦੇ ਹਾਲਾਤ ਕਿਵੇਂ ਬਣੇ। ਫਿਰ ਉਹ ਡਰ ਕੇ ਉੱਠ ਖੜਦਾ ਹੈ ਜਾਂ ਉਹਦੀ ਨੀਂਦ ਜਿਹੜੀ ਹੈ ਉਹ ਖੁੱਲ ਜਾਂਦੀ ਹੈ, ਸਿਰਫ ਇੱਕ ਸੁਪਨਾ ਵੇਖ ਕੇ ਜੋ ਉਹਨੇ ਆਪਣੀ ਨੀਂਦ ਅੰਦਰ ਵੇਖਿਆ, ਉਸੇ ਨੇ ਉਹਦੇ ਅੰਦਰ ਇੱਕ ਭਰਮ ਪੈਦਾ ਕਰਤਾ। ਹੁਣ ਉਹ ਭਰਮ ਜਿਹੜਾ ਹੈ ਉਹਨੇ ਅੰਦਰ ਡਰ ਪੈਦਾ ਕੀਤਾ ਹੈ, ਔਰ ਉਹ ਜਿਹੜਾ ਡਰ ਹੈ ਉਹ ਕਦੇ ਸੁੱਖ ਨਹੀਂ ਦਿੰਦਾ। ਇਹਨੂੰ ਹੋਰ ਸੁਖਾਲੇ ਤਰੀਕੇ ਨਾਲ ਸਮਝੀਏ, ਕੋਈ ਮਨੁੱਖ ਡਰ ਦੇ ਅਧੀਨ ਰਹਿ ਕੇ ਸੁਖੀ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲਈਏ। ਜਿਸ ਦੇ ਮਨ ਅੰਦਰ ਡਰ ਹੋਵੇਗਾ ਉਹ ਕਦੇ ਸੁਖੀ ਨਹੀਂ ਹੋ ਸਕਦਾ। ਸੁਖੀ ਉਹੀ ਹੋਵੇਗਾ ਜਿਨੇ ਆਪਣੇ ਅੰਦਰੋਂ ਡਰ ਖਤਮ ਕਰ ਲਿਆ, ਚਾਹੇ ਉਹ ਕੋਈ ਹੋਵੇ। ਹੁਣ ਕਿਸੇ ਮਨੁੱਖ ਨੂੰ ਆਖੋ ਵੀ ਤੇਰੇ ਸਿਰ ਤੇ ਤੇਰੀ ਮੌਤ ਹੈ, ਉਹਨੂੰ ਉਹ ਤੇ ਮੁੜ ਕੇ ਉਹਨੂੰ ਕਹੀਏ ਵੀ ਹੁਣ ਤੂੰ ਸੁਖੀ ਹੋ ਜਾ ਵੀ ਤੇਰੀ ਮੌਤ ਤੇਰੇ ਸਿਰ ਤੇ ਹੈ, ਉਹ ਕਿੱਥੇ ਸੁੱਖ ਨਾਲ ਬੈਠਣ ਲੱਗਾ। ਉਹਨੂੰ ਨਾ ਤੇ ਕਿਤੇ ਕੁਝ ਖਾਣ ਨੂੰ ਚੰਗਾ ਲੱਗਣਾ, ਨਾ ਪਹਿਨਣ ਨੂੰ ਚੰਗਾ ਲੱਗਣਾ, ਨਾ ਉਹਨੂੰ ਕਿਤੇ ਕੋਈ ਪ੍ਰਸੰਨਤਾ ਭਰੀ ਬਾਤ, ਖੁਸ਼ੀ ਭਰੀ ਬਾਤ ਚੰਗੀ ਲੱਗਣ, ਉਹਨੂੰ ਤੇ ਆਪਣੀ ਮੌਤ ਦਾ ਡਰ ਹੈ। ਹੁਣ ਸਤਿਗੁਰੂ ਜੀ ਕਹਿ ਰਹੇ, ਮਾਲਕ ਕਹਿੰਦੇ ਜਦੋਂ ਭਰਮ ਚੁਕਾਇਆ, ਮਤਲਬ ਸਾਡੇ ਜੀਵਨ ਦੇ ਅੰਦਰ ਸਾਡੇ ਦੁੱਖਾਂ ਦਾ ਕਾਰਨ ਸਾਡੀ ਭਟਕਣਾ ਹੈ, ਸਾਡੇ ਦੁੱਖਾਂ ਦਾ ਕਾਰਨ ਸਾਡੇ ਭਰਮ ਨੇ, ਜਿਨ੍ਹਾਂ ਭਰਮਾਂ ਦੇ ਵਿੱਚ ਰਹਿ ਕੇ ਤੇ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ। ਜਿੰਨਾ ਚਿਰ ਸਾਡੇ ਜੀਵਨ ਦੇ ਵਿੱਚੋਂ ਅਸੀਂ ਭਰਮ ਮਾਰ ਨਹੀਂ ਲੈਂਦੇ, ਭਰਮ ਜਿੱਦਾਂ ਦਾ ਅਸੀਂ ਮੰਨੀ ਬੈਠੇ ਹਾਂ ਉਦਾਂ ਦਾ ਉਹ ਨਹੀਂ, ਤੇ ਜਿੰਨਾ ਚਿਰ ਉਸ ਵਿਚਾਰ ਨੂੰ ਅਸੀਂ ਸੱਚ ਕਰਕੇ ਨਹੀਂ ਜਾਣ ਲੈਂਦੇ, ਉਹਨਾਂ ਚਿਰ ਮਾਲਕ ਜੀ ਕਹਿੰਦੇ ਕਦੇ ਸੁੱਖ ਨਹੀਂ ਮਿਲਣਾ। ਔਰ ਖਿਆਲ ਰੱਖਿਓ, ਸੱਚ ਦਾ ਔਰ ਭਰਮ ਦਾ ਬੜਾ ਗੂੜਾ ਸੰਬੰਧ ਹੈ। ਜਿੱਥੇ ਸੱਚ ਹੋਏਗਾ ਭਰਮ ਵੀ ਉੱਥੇ ਹੋਏਗਾ, ਤੇ ਜਿੱਥੇ ਸੱਚ ਨਹੀਂ ਉੱਥੇ ਭਰਮ ਵੀ ਨਹੀਂ। ਮਤਲਬ ਸੱਚ ਦੀ ਹੋਂਦ ਦਾ ਹੋਣਾ ਉੱਥੇ ਲਾਜ਼ਮੀ ਹੈ, ਫਿਰ ਭਰਮ ਪੈਦਾ ਹੁੰਦਾ। ਜਿਵੇਂ ਇੱਕ ਅਕਸਰ ਆਪਾਂ ਉਦਾਹਰਣ ਦੀ ਬਾਤ ਕਰਦੇ ਹਾਂ ਕਿ ਰਾਤ ਦੇ ਹਨੇਰੇ ਵਿੱਚ ਜਾਂ ਹਨੇਰੇ ਭਰੇ ਸਮੇਂ ਦੇ ਅੰਦਰ ਇੱਕ ਰੱਸੀ ਨੂੰ ਵੇਖ ਕੇ ਤੇ ਜੀਵ ਉਹਦੇ ਪ੍ਰਤੀ ਆਪਣੇ ਮਨ ਅੰਦਰ ਇੱਕ ਭਰਮ ਪੈਦਾ ਕਰਦਾ ਸੱਪ ਦਾ, ਵੀ ਇਹ ਸੱਪ ਹੈ। ਹੁਣ ਉੱਥੇ ਰੱਸੀ ਕੀ ਹੈ? ਸੱਚ, ਹੋਂਦ, ਅਸਲੀਅਤ। ਉਹਦੇ ਤੋਂ ਇੱਕ ਭਰਮ ਪੈਦਾ ਹੋਇਆ, ਤੇ ਉਹ ਭਰਮ ਸੀ ਜੋ ਮੈਂ ਮੰਨਿਆ ਉਦਾਂ ਦਾ ਹੈ ਨਹੀਂ। ਤੇ ਜੇ ਉੱਥੇ ਅਸਲੀਅਤ ਹੀ ਨਾ ਹੋਵੇ, ਰੱਸੀ ਹੋਈ ਨਾ ਹੋਵੇ, ਕੀ ਭਰਮ ਪੈਦਾ ਹੋਏਗਾ? ਨਹੀਂ। ਰੱਸੀ ਹੈ ਤੇ ਭਰਮ ਪੈਦਾ ਹੋ ਰਿਹਾ ਕਿ ਉਹ ਸੱਪ ਹੈ, ਜੇ ਰੱਸੀ ਨਹੀਂ ਤੇ ਭਰਮ ਵੀ ਨਹੀਂ। ਮਤਲਬ ਅਸਲੇ ਤੋਂ ਹੀ ਭਰਮ ਪੈਦਾ ਹੁੰਦਾ ਹੈ। ਬਸ ਇਹ ਹੈ ਕਿ ਇਨਸਾਨ ਉਸ ਭਰਮ ਦੀ ਕਦੇ ਨਿਵਰਤੀ ਨਹੀਂ ਕਰ ਪਾਉਂਦਾ ਉਹਨਾਂ ਚਿਰ ਜਿੰਨਾ ਚਿਰ ਅਸਲੇ ਨੂੰ ਸਮਝ ਨਹੀਂ ਲੈਂਦਾ ਕਿ ਸੱਚ ਹੈ ਕੀ। ਜਿਵੇਂ ਸਤਿਗੁਰੂ ਜੀ ਨੇ ਬਾਣੀ ਅੰਦਰ ਕੁਝ ਕੁ ਭਰਮਾਂ ਦਾ ਜ਼ਿਕਰ ਕੀਤਾ। ਇੱਕ ਮਲਕ ਪਾਤਸ਼ਾਹ ਹਰਚੰਦੌਰੀ ਨਗਰੀ ਦਾ ਜ਼ਿਕਰ ਕਰਦੇ, ਸਿਰਫ ਖਿਆਲਾਂ ਦੇ ਅੰਦਰ ਹੀ ਹੈ ਕਿ ਮੰਨਿਆ ਜਾਂਦਾ ਹੈ ਕਿ ਆਕਾਸ਼ ਦੇ ਅੰਦਰ ਇੱਕ ਐਸੀ ਨਗਰੀ ਹੈ ਜਿਹਨੂੰ ਹਰੀ ਚੰਦ ਰਾਜੇ ਦੀ ਨਗਰੀ, ਹਰਚੰਦੌਰੀ ਨਗਰੀ ਕਿਹਾ ਜਾਂਦਾ ਹੈ। ਹੁਣ ਇੱਕ ਭਰਮ ਹੈ
ਨਾ ਤੇ ਆਕਾਸ਼ ਵਿੱਚ ਕਿਸੇ ਨੂੰ ਹਰੀ ਚੰਦ ਰਾਜਾ ਦਿਸਿਆ, ਨਾ ਹੀ ਆਕਾਸ਼ ਦੇ ਅੰਦਰ ਕਿਸੇ ਨੂੰ ਕੋਈ ਦੇਸ਼ ਵਸਦਾ, ਕੋਈ ਨਗਰ ਵਸਦਾ ਦਿਸਿਆ। ਸਿਰਫ ਇੱਕ ਭਰਮ ਹੈ, ਜੋ ਭਰਮ ਲੰਮੇ ਅਰਸੇ ਤੋਂ ਸਾਡੇ ਮਨਾਂ ਵਿੱਚ ਪਾਇਆ ਗਿਆ ਤੇ ਅਸੀਂ ਉਸੇ ਭਰਮ ਦੇ ਆਧਾਰ ਉੱਤੇ ਜੇ ਜਿਉਣਾ ਸ਼ੁਰੂ ਕਰ ਲਈਏ ਤੇ ਸਾਨੂੰ ਉਹ ਭਰਮ ਵੀ ਫਿਰ ਇੱਕ ਅਸਲੀਅਤ ਲੱਗਣ ਲੱਗ ਜਾਂਦਾ ਹੈ, ਇੱਕ ਅਸਲ ਲੱਗਣ ਲੱਗ ਜਾਂਦਾ ਹੈ, ਇੱਕ ਸੱਚ ਲੱਗਣ ਲੱਗ ਜਾਂਦਾ ਹੈ। ਕਿਉਂਕਿ ਉਹ ਭਰਮ ਸਾਨੂੰ ਦੱਸਿਆ ਤੇ ਸੁਣਾਇਆ ਹੀ ਇਸ ਤਰ੍ਹਾਂ ਗਿਆ, ਜਾਂ ਭਰਮ ਸਾਡੇ ਅੰਦਰ ਪੈਦਾ ਹੀ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਉਹ ਸੱਚ ਹੈ। ਤੇ ਸਾਹਿਬ ਜੀ ਕਹਿੰਦੇ ਜਿਹੜਾ ਜੀਵ ਭਰਮ ਦੇ ਅੰਦਰ ਫਸ ਜਾਂਦਾ ਹੈ, ਭਰਮ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਉਹ ਜੀਵ ਕਦੇ ਸੁਖੀ ਨਹੀਂ ਹੋਇਆ, ਉਹ ਸਦਾ ਦੁੱਖ ਵਿੱਚ ਰਹਿੰਦਾ ਹੈ। ਤੇ ਜੇ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ ਆ ਤੇ ਫਿਰ ਸੁੱਖ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਸਾਡੇ ਹਿਰਦੇ ਵਿੱਚ ਅਸੀਂ ਭਰਮ ਪੈਦਾ ਕੀਤਾ ਨਾ, ਉਸ ਭਰਮ ਨੂੰ ਖਤਮ ਕਰਨਾ ਪਏਗਾ। ਜਦੋਂ ਭਰਮ ਖਤਮ ਹੋਵੇਗਾ ਤੇ ਫਿਰ ਸਾਡੇ ਜੀਵਨ ਵਿੱਚੋਂ ਜਿਹੜਾ ਡਰ ਹੈ ਉਹ ਡਰ ਮੁੱਕੇਗਾ, ਫਿਰ ਸਾਡੇ ਜੀਵਨ ਅੰਦਰ ਖੁਸ਼ੀ ਪੈਦਾ ਹੋਏਗੀ। ਤੇ ਭਰਮ ਮੁੱਕਦਾ ਕਿਵੇਂ ਹੈ? ਸਤਿਗੁਰੂ ਜੀ ਫਿਰ ਬਾਣੀ 'ਚ ਜ਼ਿਕਰ ਕਰਦਿਆਂ ਸਮਝਾਉਂਦੇ ਨੇ ਕਿ ਭਰਮ ਜਿਹੜਾ ਹੈ ਉਹ ਉਸ ਵੇਲੇ ਮੁੱਕਦਾ ਹੈ ਜਦੋਂ ਜੀਵ ਆਪਣੀ ਜ਼ਿੰਦਗੀ ਦੇ ਅੰਦਰ ਗਿਆਨ ਦਾ ਚਾਨਣ ਕਰ ਲਏ। ਗੁਰਬਾਣੀ ਜਿਹੜੀ ਹੈ ਇਹ ਸਾਡੇ ਅੰਦਰੋਂ ਭਰਮ ਖਤਮ ਕਰਦੀ, ਕਿਉਂਕਿ ਸਾਰੇ ਦਾ ਸਾਰਾ ਪਾਵਨ ਸ਼ਬਦ ਜਿਹੜਾ ਉਹ ਗੁਰੂ ਰੂਪੀ ਸਰੋਵਰ ਗੁਰਬਾਣੀ ਦੇ ਉੱਤੇ ਆਧਾਰਿਤ ਮਾਲਕ ਜੀ ਨੇ ਸਾਨੂੰ ਦਿੱਤਾ। ਤੇ ਭਰਮ ਸਾਡੇ ਜੀਵਨ ਵਿੱਚੋਂ ਗਿਆਨ ਉਤਾਰਦਾ ਹੈ, ਗਿਆਨ ਦੇ ਸਦਕਾ ਸਾਡਾ ਭਰਮ ਖਤਮ ਹੁੰਦਾ ਹੈ। ਜਿਵੇਂ ਹਨੇਰੇ ਅੰਦਰ ਰੱਸੀ ਨੂੰ ਸੱਪ ਸਮਝਿਆ, ਪਰ ਸਾਰੀ ਰਾਤ ਬੰਦਾ ਡਰ ਦੇ ਵਿੱਚ ਬਤੀਤ ਕਰ ਦਿੰਦਾ ਹੈ, ਨਾ ਮੰਜੇ ਤੇ ਆਰਾਮ ਨਾਲ ਸੌਂ ਸਕਿਆ, ਉੱਠ ਕੇ ਉਹ ਸਾਰੀ ਰਾਤ ਵੇਖਦਾ ਰਿਹਾ ਵੀ ਕਿਤੇ ਉਹ ਸੱਪ ਅਗਾਂਹ ਵੱਧ ਕੇ ਮੈਨੂੰ ਡੰਗ ਨਾ ਮਾਰੇ। ਜਦੋਂ ਚਾਨਣ ਹੋਇਆ, ਜਦੋਂ ਸੂਰਜ ਚੜ੍ਹਿਆ, ਸੂਰਜ ਚੜ੍ਹਦਿਆਂ ਸਾਰ ਉਹਦੇ ਉਸ ਭਰਮ ਦੀ ਨਿਵਰਤੀ ਹੋਈ ਕਿ ਮੈਂ ਜਿਹਨੂੰ ਸਾਰੀ ਰਾਤ ਸੱਪ ਸਮਝਦਾ ਰਿਹਾ ਉਹ ਸੱਪ ਨਹੀਂ, ਉਹ ਤੇ ਕੇਵਲ ਇੱਕ ਰੱਸੀ ਦਾ ਟੁਕੜਾ ਸੀ ਜਿਹਨੂੰ ਸੱਚ ਸਮਝ ਕੇ ਮੈਂ ਆਪਣੀ ਸਾਰੀ ਰਾਤ ਆਪਣੀ ਸਾਰੀ ਨੀਂਦ ਖਰਾਬ ਕੀਤੀ ਹੈ। ਗਿਆਨ ਸੂਰਜ ਚੜ੍ਹਿਆ, ਉਹਨੇ ਭਰਮ ਖਤਮ ਕੀਤਾ। ਇਸੇ ਤਰ੍ਹਾਂ ਜੇ ਅਧਿਆਤਮ ਤੌਰ ਦੇ ਉੱਤੇ ਅਸੀਂ ਜ਼ਿਕਰ ਕਰਾਂਗੇ ਨਾ, ਸਾਡੇ ਮਨ ਅੰਦਰ ਕਈ ਤਰ੍ਹਾਂ ਦੇ ਭਰਮ ਅਸੀਂ ਖੁਦ ਆਪ ਪੈਦਾ ਕਰ ਲੈਂਦੇ ਆ ਤੇ ਉਹਨਾਂ ਭਰਮਾਂ ਦੀ ਨਿਵਰਤੀ ਵੀ ਉਸੇ ਦਿਨ ਹੋਏਗੀ ਜਿਸ ਦਿਨ ਸਾਡੇ ਕੋਲ ਗਿਆਨ ਦਾ ਚਾਨਣ ਆ ਜਾਏਗਾ। ਉਹ ਗਿਆਨ ਦਾ ਸੂਰਜ, ਗਿਆਨ ਦਾ ਚਾਨਣ, ਗੁਰਬਾਣੀ ਦਾ ਚਾਨਣ ਸਾਡੇ ਜੀਵਨ ਦੇ ਅੰਦਰਲੇ ਭਰਮਾਂ ਦੀ ਜਿਹੜੀ ਅਸਲੀਅਤ ਹੈ, ਸੱਚ ਹੈ, ਉਹਨਾਂ ਪ੍ਰਤੀ ਸਾਨੂੰ ਜਾਣੂ ਕਰਵਾਉਂਦਾ ਹੈ, ਉਹਨਾਂ ਪ੍ਰਤੀ ਸਾਨੂੰ ਸੁਚੇਤ ਕਰਦਾ ਹੈ ਤੇ ਮਨੁੱਖ ਦੇ ਜੀਵਨ ਵਿੱਚੋਂ ਭਰਮ ਮੁੱਕ ਜਾਂਦਾ ਹੈ। ਜਦੋਂ ਭਰਮ ਮੁੱਕ ਗਿਆ, ਡਰ ਵੀ ਖਤਮ ਹੋ ਗਿਆ। ਡਰ ਤੋਂ ਬਾਅਦ ਵਿੱਚ ਫਿਰ ਜ਼ਿੰਦਗੀ ਅੰਦਰ ਸੁੱਖ ਉਪਜਦਾ ਹੈ। ਡਰਿਆ ਬੰਦਾ ਕਦੇ ਸੁਖੀ ਨਹੀਂ, ਡਰ ਤੋਂ ਬਾਅਦ ਵਿੱਚ ਸੁੱਖ ਉਪਜਦਾ ਹੈ। ਇਸੇ ਕਰਕੇ ਬਾਪੂ ਜੀ ਜਦੋਂ ਬਾਣੀ 'ਚ ਆਖਦੇ ਨਾ, ਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਸੰਸਾਰ ਉੱਤੇ ਝਾਤ ਮਾਰ ਕੇ ਵੇਖਿਆ ਤੇ ਸੰਸਾਰ ਉੱਤੇ ਜਦੋਂ ਵੇਖਿਆ ਨਾ, ਸਾਰੇ ਦਾ ਸਾਰਾ ਸੰਸਾਰ ਅੱਗ ਦੇ ਵਿੱਚ ਸੜਦਾ ਵੇਖਿਆ। ਜਦੋਂ ਅੱਗ ਵਿੱਚ ਸੜਦਾ ਵੇਖਿਆ ਨਾ ਤੇ ਲੋਕ ਉਹਨਾਂ ਨੂੰ ਸੜਦਿਆਂ ਵੇਖ ਕੇ ਆਪ ਵੀ ਡਰੇ ਬੈਠੇ। ਮੇਰੇ ਕੋਲ ਵੀ ਡਰ ਸੀ, ਮੈਂ ਵੀ ਉਸ ਖੌਫ ਵਿੱਚ ਜਿਉ ਰਿਹਾ ਸਾਂ ਕਿਤੇ ਜਿਸ ਅੱਗ ਵਿੱਚ ਦੁਨੀਆ ਸੜ ਰਹੀ ਹੈ ਉਸ ਅੱਗ ਵਿੱਚ ਮੈਨੂੰ ਨਾ ਸੜਨਾ ਪੈ ਜਾਏ। ਫਿਰ ਮੈਂ ਕਹਿੰਦੇ ਗੁਰੂ ਦਾ ਆਸਰਾ ਲਿਆ, ਗੁਰੂ ਦਾ ਸਹਾਰਾ, ਆਪਣੇ ਮਾਲਕ ਦਾ ਆਸਰਾ ਲਿਆ ਤੇ ਮੇਰੇ ਮਾਲਕ ਨੇ ਮੈਨੂੰ ਆਪਣਾ ਉਪਦੇਸ਼ ਦੇ ਕੇ ਮੇਰੇ ਮਨ ਅੰਦਰਲਾ ਭੈ ਤੇ ਮੇਰੇ ਮਨ ਅੰਦਰਲਾ ਡਰ ਖਤਮ ਕਰ ਦਿੱਤਾ ਤੇ ਉਹਨੇ ਐਸਾ ਉਪਦੇਸ਼ ਦਿੱਤਾ ਕਿ ਉਸ ਅੱਗ ਵਿੱਚ ਸੜਨ ਤੋਂ ਮੈਂ ਬਚ ਗਿਆ। ਤੇ ਬਾਪੂ ਜੀ ਆਖਦੇ, ਭਗਤ ਫਰੀਦ ਸਾਹਿਬ ਕਹਿੰਦੇ ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਭਾਹ ਸਾਈਂ ਮੇਰਾ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਦੱਝਾਂ ਆਹੇ। ਮੇਰੇ ਮਾਲਕ ਨੇ ਕਿਰਪਾ ਕੀਤੀ, ਕਹਿੰਦੇ ਆਪਣੀ ਰਹਿਮਤ ਵਰਤਾ ਕੇ ਤੇ ਉਹਨਾਂ ਨੇ ਐਸਾ ਉਪਦੇਸ਼, ਐਸੀ ਸਿੱਖਿਆ ਦਿੱਤੀ। ਉਸ ਸਿੱਖਿਆ ਦੇ ਸਦਕਾ ਕਹਿੰਦੇ ਮੈਂ ਉਸ ਅੱਗ ਵਿੱਚ ਸੜਨ ਦਾ ਡਰ ਵੀ ਖਤਮ ਕਰ ਲਿਆ ਤੇ ਮੇਰੇ ਸਾਈਂ ਨੇ ਮੈਨੂੰ ਬਚਾ ਵੀ ਲਿਆ, ਕਿਉਂਕਿ ਮੈਂ ਭਰਮ ਦੀ ਨਿਵਰਤੀ ਕਰ ਲਈ, ਭਰਮ ਚੁਕਾਇਆ, ਸਦਾ ਸੁਖ ਪਾਇਆ। ਫਿਰ ਗੁਰੂ ਕਿਰਪਾ ਸਦਕਾ, ਗੁਰ ਪ੍ਰਸਾਦ,
परम पद पाया। वो बंदा बेखौफ हो जाता है, जिहदा डर मुक गया, बेखौफ हो के सुखी हो जाता है। फिर वो उच्ची अध्यात्म एक अवस्था जिहड़ी ਉਹਨੂੰ हासिल कर लैंदा है ते अंदरूनी तौर दे उत्ते मन करके वो निर्मलताई दा पात्र बन जाता है, निर्मल हो जाता है। ते निर्मल बाणी दे आसरे सदका, निर्मल बाणी दे सहारे सदका, क्योंकि बाणी आप निर्मल है ते जेड़ा इस बाणी दा आसरा ते सहारा लैंदा है, बाणी ਉਹਨੂੰ भी निर्मल कर दिंदी है। ते जेड़ा जीव अंदरों और बाहरों निर्मल हो जाए, मालिक गुरु अमरदास पातशाह कहते सदा रहें गुर नाले। वो हमेशा फिर अपने गुरु दे नाल रहिंदे ने, वो गुरु दे सदीव नेड़ता दा आनंद माणदे ने। जेड़े जियों भी निर्मल हो गए ते बाहरों भी निर्मल ने, बाहरों तां निर्मल जियों निर्मल, सतगुर ते करनी कमाणी, कूड़ की सोए पहुंचे नाही मनसा, सच समाणी, जन्म रतन जिन्नी खटिया, भले से वणजारे। वो भले वणजारे बन जाते, वो जन्म रूपी रतन खट लेंदे ने। और जेड़े जी करके निर्मल हो गए, साहिब कहंदे वो हमेशा फिर अपने गुरु दे संग रहिंदे ने। ते फिर नाल अगां जे कोई मनुख गुरु दे सन्मुख हो जाए, होवे तां सन्मुख सिख कोई, जियों रहे गुर नाले, गुरु कै चरण हृदय ध्याए, अंतर आत्मै संभाले, आप छड्ड सदा रखे परने। जेड़ा आपा भाव छड्ड के सदा गुरु दे आसरे ते रहिंदा है, फिर वो निर्मलताई दा पात्र बन जांदा है। ऐसी निर्मलताई बनी, मालिक जी कहंदे अंतर निर्मल, निर्मल बाणी हर गुण सहजे गावणिया। हुण जीव उस निर्मल बाणी दे सदका हरि परमेश्वर दे गुण जेड़े वो सहज सुभावक ही गाउंदा है। सिमरत सासत वेद बखाणै, परमे भूला तत ना जाणै, बिन सतगुर सेवे सुख ना पाए, दुखो दुख कमावणिया। हुण मालिक जी ने जिक्र किया, कहते सिमरित शास्त्र वेद बखाना है। गुरु साहब जी का एक पावन वचन है, जिथे मालिक जी जिक्र करते हैं, कहते सिमरित शास्त्र पुन पाप विचार दे, तत्तै सार ना जानी। धन गुरु अमरदास पातशाह। तत्तै सार ना जानी, गुरु बाझों तत्तै सार ना जानी। तिही गुणी संसार भ्रम सुता, सुतियां रहन बिहानी। सारी रहन मतलब जिंदगी लंघ गई। ख्याल रखिए, एक बारी जे हिरदे विच भरम पैदा हो जाए ना, उहदी निवृत्ति करनी बड़ी औखी है। ते जे उहदी निवृत्ति समय अनुसार ना कीती जाए ना, ते बंदा सारी जिंदगी उसे भरम विच ही कढ दिंदा है, सारा जीवन उसे भरम च गुजर जाता। ਜਾਂ ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ, ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਧਾਰਮਿਕ ਗ੍ਰੰਥ ਪੜ੍ਹਨ ਵਾਲੇ ਬਹੁਤ ਨੇ। ਮੈਂ ਇੱਥੇ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਆਖਣ ਲੱਗਾ। ਧਾਰਮਿਕ ਗ੍ਰੰਥ ਸਾਡੇ ਮਨਾਂ 'ਚ ਕਦੇ ਭਰਮ ਪੈਦਾ ਨਹੀਂ ਕਰਦਾ, ਇਹ ਚੇਤੇ ਰੱਖਿਓ। ਧਾਰਮਿਕ ਗ੍ਰੰਥ चाहे वो सिमरतियां रूप कह लो, शास्त्र रूप कह लो, या कोई होर धार्मिक ग्रंथ का जिक्र कर लो, वो सानू कदे भरम विच नहीं पाउंदा। धार्मिक ग्रंथ सानू भरमां विच कढदा। खिमा करियो मैं लफ्ज़ वरतन लग्गिया, जिहड़ा धार्मिक ग्रंथ सानू भरम विच पावे उहनूं धार्मिक ग्रंथ नहीं कहा जा सकदा। वो किसी दी अपनी निजी तौर उत्ते लिखत ते हो सकती है, किसी दे अपने विचार ते हो सकते ने, पर वो धर्म दे विचार नहीं हो सकते, या वो धार्मिक ख्यालात नहीं हो सकते, क्योंकि धर्म सानू कदे भरम विच नहीं पाउंदा। धर्म हमेशा सानू ज्ञान दिंदा है, ते
ਤੇ ਗਿਆਨ ਦੇ ਸਦਕਾ ਸਾਡੇ ਜੀਵਨ ਵਿਚਲੇ ਭਰਮ ਮੁੱਕਦੇ ਨੇ। ਹੁਣ ਬਾਪੂ ਜੀ ਨੇ ਜੋ ਜ਼ਿਕਰ ਕੀਤਾ, ਕਹਿੰਦੇ ਅਸਲ ਦੇ ਵਿੱਚ ਪੜ੍ਹਨ ਵਾਲਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਿਹਾ, ਸਿਮਰਤੀਆਂ ਵੀ ਪੜ੍ਹ ਰਿਹਾ ਹੈ, ਸ਼ਾਸਤ ਵੀ ਪੜ੍ਹ ਰਿਹਾ ਤੇ ਵੇਦਾਂ ਨੂੰ ਵੀ ਪੜ੍ਹ ਰਿਹਾ। ਪਰ ਅਫਸੋਸ ਇਸ ਗੱਲ ਦਾ ਉਹ ਇਹਨਾਂ ਨੂੰ ਪੜ੍ਹਦਾ ਹੋਇਆ ਸਿਰਫ ਸਿਮਰਿਤ ਸ਼ਾਸਤ ਪੁੰਨ ਪਾਪ ਵਿਚਾਰਦੇ ਇੱਥੋਂ ਤੱਕ ਹੀ ਸੀਮਤ ਰਹਿ ਗਿਆ, ਇਦੋਂ ਅਗਾਂਹ ਵਧਿਆ ਹੀ ਨਹੀਂ। ਆਪ ਵੀ ਭਰਮ ਵਿੱਚ ਪੈ ਗਿਆ ਤੇ ਲੋਕਾਂ ਨੂੰ ਵੀ ਭਰਮ ਵਿੱਚ ਪਾਉਣ ਲੱਗ ਪਿਆ, ਪੁੰਨ ਔਰ ਪਾਪ ਦੀ ਵਿਚਾਰ ਕਰਨ ਲੱਗ ਪਿਆ ਨਾ। ਜਦੋਂ ਪੁੰਨ ਔਰ ਪਾਪ ਦੀ ਵਿਚਾਰ ਕਰਾਂਗੇ ਤੇ ਸੁਭਾਵਿਕ ਜਿਹੀ ਬਾਤ ਹੈ ਉਦੋਂ ਮਨ ਅੰਦਰ ਭਰਮ ਪੈਦਾ ਹੋਣਗੇ, ਤੇ ਉਹ ਜਿਹੜੇ ਭਰਮ ਨੇ ਨਾ, ਉਹਨਾਂ ਭਰਮਾਂ ਨੇ ਸਾਡੀ ਸਾਰੀ ਦੀ ਸਾਰੀ ਰਹਿਣ ਗਿਆਨ ਤੋਂ ਬਿਨਾਂ ਗੁਜ਼ਾਰ ਦੇਣੀ ਹੈ। ਬਾਪੂ ਜੀ ਨੇ ਇਸੇ ਕਰਕੇ ਤੇ ਕਿਹਾ, ਤਤੈ ਸਾਰ ਨਾ ਜਾਣੀ ਗੁਰੂ ਬਾਝੋਂ। ਗੁਰੂ ਕੀ ਹੈ? ਗਿਆਨ। ਗਿਆਨ ਤੋਂ ਬਿਨਾਂ ਤਤ ਦੀ ਸਾਰ ਨੂੰ ਸਮਝ ਨਹੀਂ ਸਕੇ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਤੇ ਹੋਇਆ ਕਿ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਤਿੰਨਾਂ ਗੁਣਾਂ ਦੇ ਵਿੱਚ ਫਸਿਆ ਹੋਇਆ ਸੰਸਾਰ ਸੁੱਤਾ ਗਾਫਲਤਾ ਵਿੱਚ ਰਹਿ ਗਿਆ, ਔਰ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਜਿਸ ਨੇ ਗੁਰੂ ਦੀ ਰਹਿਮਤ ਨੂੰ ਫਿਰ ਹਾਸਲ ਕੀਤਾ, ਗੁਰੂ ਕੀ ਬਖਸ਼ਿਸ਼ ਨੂੰ ਜਿਨਨੇ ਹਾਸਲ ਕੀਤਾ, ਉਹ ਅਸਲ ਦੇ ਅੰਦਰ ਫਿਰ ਜਿਹੜੀ ਤਤ ਦੀ ਬਾਤ ਹੈ ਜਾਂ ਤਤ ਦੀ ਜਿਹੜੀ ਗਿਆਨ ਦੀ ਜਿਹੜੀ ਬਾਤ ਹੈ ਉਹਨੂੰ ਸਮਝਦਾ ਔਰ ਜਾਣਦਾ। ਤੇ ਜਿਹੜਾ ਗਿਆਨ ਦੇ ਸਦਕਾ ਗਿਆਨ ਦਾ ਚਾਨਣ ਜੀਵਨ 'ਚ ਲੈ ਲਏ, ਉਹੀ ਜੀਵ ਫਿਰ ਭਰਮ ਤੋਂ ਛੁਟਕਾਰਾ ਪਾਉਂਦਾ ਹੈ। ਕਹਿੰਦੇ ਸਿਮਰਤੀਆਂ ਨੂੰ, ਗਿਆਨ ਦੇ ਅੱਖਰ ਪੜ੍ਹਨ ਵਾਲਾ, ਗਿਆਨ ਨੂੰ ਜਾਣਨ ਵਾਲਾ ਜ਼ਰੂਰੀ ਨਹੀਂ ਕਿ ਉਹ ਭਰਮ ਵਿੱਚ ਨਹੀਂ ਹੋਏਗਾ। ਹੁਣ ਇੱਕ ਪੱਖ ਇੱਥੇ ਹੋਰ ਰੱਖਦਾ ਚੱਲਾਂ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਿਹਾ, ਵਿਚਾਰ ਰਿਹਾ, ਉਹ ਭਰਮ ਵਿੱਚ ਨਹੀਂ। ਹੋ ਸਕਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲਾ, ਵਿਚਾਰਨ ਵਾਲਾ ਭਰਮ ਵਿੱਚ ਆਪ ਵਧੀਕ ਹੋਵੇ। ਤੱਤ ਤੇ ਉਦੋਂ ਨਹੀਂ ਸਮਝ ਆਏਗਾ ਨਾ ਜਿੱਦਣ ਭਰਮ ਛੱਡਾਂਗੇ ਵੀ ਸਾਨੂੰ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ। ਗੁਰਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਆਪਾਂ ਵਿਚਾਰਦੇ ਹਾਂ। ਗੁਰਬਾਣੀ ਕੀ ਹੈ? ਗਿਆਨ। ਗਿਆਨ ਨੇ ਕੀ ਕਰਨਾ? ਸਾਡੇ ਭਰਮ ਖਤਮ ਕਰਨੇ ਨੇ। ਤੇ ਜੇ ਅਸੀਂ ਹੁਣ ਇਸ ਗਿਆਨ ਤੋਂ ਹੀ ਆਪਣੇ ਮਨ ਵਿੱਚ ਭਰਮ ਪੈਦਾ ਕਰ ਲਈਏ ਤੇ ਇਹਦੇ 'ਚ ਗਿਆਨ ਦਾ ਤੇ ਕੋਈ ਦੋਸ਼ ਨਹੀਂ ਹੈ ਨਾ। ਗੁਰਬਾਣੀ ਸਾਡੇ ਭਰਮ ਨਿਵਰਤ ਕਰਦੀ ਹੈ। ਪਰ ਹੁਣ ਗੁਰਬਾਣੀ ਦੇ ਆਧਾਰ ਉੱਤੇ ਜਿਹੜੇ ਭਰਮਾਂ ਵਿੱਚ ਪਾ ਰਹੇ ਜਾਂ ਜਿਹੜੇ ਭਰਮਾਂ ਵਿੱਚ ਪੈ ਰਹੇ ਨੇ, ਉਹਨਾਂ ਦਾ ਕੀ ਕੀਤਾ ਜਾਏਗਾ? ਜ਼ਰੂਰੀ ਨਹੀਂ ਹੈ ਕਿ ਗਿਆਨ ਨੂੰ ਪੜ੍ਹਨ ਵਾਲਾ, ਗਿਆਨ ਨੂੰ ਵਿਚਾਰਨ ਵਾਲਾ ਭਰਮ ਵਿੱਚ ਨਹੀਂ ਹੋਏਗਾ। ਇੱਥੇ ਤੇ ਗਿਆਨ ਨੂੰ ਲੈ ਕੇ ਲੋਕਾਂ ਨੂੰ ਭਰਮ ਵਿੱਚ ਪਾਇਆ ਜਾਂਦਾ ਵੀ ਜੇ ਆਹ ਬਾਣੀ ਪੜ੍ਹੋਗੇ ਤੇ ਤੁਹਾਨੂੰ ਸੁੱਖ ਮਿਲੇਗਾ। ਤੇ ਕੀ ਸਵਾਲ ਕਰਕੇ ਅਸੀਂ ਪੁੱਛ ਸਕਦੇ ਹਾਂ ਜੇ ਕੋਈ ਹੋਰ ਬਾਣੀ ਪੜ੍ਹ ਲਈਏ ਤੇ ਕੀ ਦੁੱਖ ਆ ਜਾਣਗੇ? ਜਾਂ ਇਸ ਤਰੀਕੇ ਸਾਨੂੰ ਭਰਮ ਵਿੱਚ ਪਾਇਆ ਜਾਂਦਾ ਵੀ 1 ਤੋਂ ਲੈ ਕੇ 11 ਪਾਠ ਕਰੋਗੇ ਤੇ ਆਹ ਕੁਝ ਮਿਲੇਗਾ, 11 ਤੋਂ ਲੈ ਕੇ 21 ਤੱਕ ਪਾਠ ਕਰੋਗੇ ਤੇ ਆਹ ਕੁਝ ਮਿਲੇਗਾ। ਤੇ ਕੀ ਇਹ ਭਰਮ ਨਹੀਂ? ਠੀਕ ਹੈ, ਗੁਰਬਾਣੀ ਨਾਲ ਜੋੜਨਾ ਗਲਤ ਨਹੀਂ ਹੈ, ਗੁਰਬਾਣੀ ਨਾਲ ਜੋੜਨਾ ਬੜੀ ਭਲੀ ਬਾਤ ਹੈ, ਗੁਰਬਾਣੀ ਨਾਲ ਜੁੜਨਾ ਬੜੀ ਭਲੀ ਬਾਤ ਹੈ। ਪਰ ਗੁਰਬਾਣੀ ਦਾ ਆਧਾਰ ਲੈ ਕੇ ਆਪ ਵੀ ਭਰਮ ਵਿੱਚ ਪੈ ਜਾਣਾ ਤੇ ਲੋਕਾਂ ਨੂੰ ਵੀ ਭਰਮ ਵਿੱਚ ਪਾ ਲੈਣਾ, ਅਸੀਂ ਇਹਨੂੰ ਕਿੱਥੋਂ ਦਾ ਗਿਆਨ ਆਖਾਂਗੇ ਤੇ ਕਿਵੇਂ ਦਾ ਗਿਆਨ ਆਖਾਂਗੇ ਜਿਹੜਾ ਸਾਨੂੰ ਮੁੜ ਫਿਰ ਭਰਮਾਂ ਦੇ ਵਿੱਚ ਪਾ ਰਿਹਾ। ਗੁਰੂ ਨਾਨਕ ਸਾਹਿਬ ਜੀ ਤੋਂ ਆਪਾਂ ਮਾਲਕ ਪਾਤਸ਼ਾਹ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਦਰ ਉੱਤੇ ਆਉਣ ਵਾਲੀਆਂ ਸੰਗਤਾਂ ਨੂੰ, ਸਿੱਖਾਂ ਨੂੰ ਬੜੇ ਉਪਦੇਸ਼ ਦੇ ਕੇ ਨਿਵਾਜੇ। ਕਿਉਂਕਿ ਜਦੋਂ ਮਾਲਕ ਪਾਤਸ਼ਾਹ ਜੀ ਪ੍ਰਚਾਰਕ ਫੇਰੀਆਂ ਤੇ ਨੇ, ਉਦੋਂ ਸਤਿਗੁਰੂ ਜੀ ਆਪ ਜਾ ਕੇ ਸਿੱਖਾਂ ਨੂੰ ਉਪਦੇਸ਼ ਦਿੰਦੇ, ਲੋਕਾਂ ਨੂੰ ਭਟਕਿਆਂ ਹੋਇਆਂ ਨੂੰ ਉਪਦੇਸ਼ ਦਿੱਤਾ। ਜਦੋਂ ਸਤਿਗੁਰੂ ਜੀ ਪ੍ਰਚਾਰਕ ਫੇਰੀਆਂ ਤੋਂ ਬਾਅਦ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਕੇ ਟਿਕ ਜਾਂਦੇ ਨੇ, ਉੱਥੇ ਆ ਕੇ ਫਿਰ ਸਤਿਗੁਰੂ ਕੋਲ ਰੋਜ਼ਾਨਾ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ। ਹੁਣ ਮਾਲਕ ਨਹੀਂ ਜਾਂਦੇ, ਹੁਣ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ। ਉਹ ਨਿਤਾ ਪ੍ਰਤੀ ਆ ਕੇ, ਨਿਤਾ ਪ੍ਰਤੀ ਰੋਜ਼ ਨਵੇਕਲੇ ਤੋਂ ਨਵੇਕਲਾ ਸਿੱਖ ਆਉਂਦਾ ਹੈ। ਔਰ ਜਦੋਂ ਆਪਾਂ ਸਤਿਗੁਰੂ ਜੀ ਦੇ ਉਹ ਸਮੇਂ ਨੂੰ ਪੜ੍ਹਦੇ ਨਾ, ਕਰਤਾਰਪੁਰ ਸਾਹਿਬ ਦੇ, ਤੇ ਉਹ ਸਮੇਂ ਨੂੰ ਪੜ੍ਹਦੇ ਹਾਂ, ਕਈ ਸਿੱਖਾਂ ਦਾ ਜ਼ਿਕਰ ਸਾਨੂੰ ਨਵੇਕਲਾ ਇਤਿਹਾਸ ਵਿੱਚ ਮਿਲਦਾ ਹੈ।
ਜਿਹੜੇ ਆ ਕੇ ਰੋਜ਼ ਸਤਿਗੁਰੂ ਜੀ ਕੋਲੋਂ ਉਪਦੇਸ਼ ਦੀ ਮੰਗ ਕਰਦੇ। ਮਾਲਕ ਜੀ ਉਪਦੇਸ਼ ਦਿੰਦਿਆਂ ਉਹਨਾਂ ਨੂੰ ਕਰਤਾਰ ਚੇਤੇ ਕਰਨ ਨੂੰ ਕਹਿੰਦੇ ਨੇ। ਸਤਿਗੁਰੂ ਜੀ ਉਪਦੇਸ਼ ਦਿੰਦਿਆਂ ਸਤ ਸੰਗਤ ਕਰਨ ਨੂੰ ਕਹਿੰਦੇ ਨੇ। ਮਾਲਕ ਜੀ ਉਪਦੇਸ਼ ਦਿੰਦਿਆਂ ਬਾਣੀ ਪੜ੍ਹਨ ਔਰ ਬਾਣੀ ਵਿਚਾਰਨ ਦੀ ਗੱਲ ਕਰਦੇ ਨੇ। ਪਰ ਕਿਤੇ ਵੀ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਗਿਣਤੀਆਂ ਦੇ ਵਿੱਚ ਜਾਂ ਭਰਮ ਵਿੱਚ ਪੈਦਾ ਨਹੀਂ ਪਾਇਆ, ਸਗੋਂ ਉਹਨਾਂ ਨੂੰ ਭਰਮ ਤੋਂ ਨਿਵਰਤ ਕਰਕੇ ਤੇ ਉਹਨਾਂ ਨੂੰ ਭਰਮ ਵਿੱਚੋਂ ਬਾਹਰ ਕੱਢਦੇ ਨੇ। ਹਮੇਸ਼ਾ ਜੇ ਹੁਣ ਕੋਈ ਇਨਸਾਨ ਸਿਰਫ ਇਸੇ ਭਰਮ ਵਿੱਚ ਹੀ ਪੈ ਜਾਏ ਕਿ ਮੈਂ ਗਿਆਨ ਦੀ ਜਿਸ ਕਿਤਾਬ ਅੰਦਰ ਗਿਆਨ ਹੈ, ਜਿਸ ਵਿੱਚੋਂ ਮੈਂ ਗਿਆਨ ਤੇ ਜਿਸ ਵਿੱਚੋਂ ਮੈਂ ਨੌਲੇਜ ਇਕੱਠੀ ਕਰਨੀ ਹੈ, ਜੇ ਮੈਂ ਉਹਦੀ ਧੂਫ ਤੇ ਅਗਰਬੱਤੀ ਨਾ ਕੀਤੀ ਤੇ ਮੈਨੂੰ ਗਿਆਨ ਨਹੀਂ ਮਿਲਣਾ, ਇਹ ਵੀ ਇੱਕ ਭਰਮ ਹੈ। ਵੇਖੋ, ਗਿਆਨ ਦਾ ਅਦਬ ਕਰਨਾ, ਸਤਿਕਾਰ ਕਰਨਾ ਇੱਕ ਵੱਖਰੀ ਗੱਲ ਹੈ, ਪਰ ਗਿਆਨ ਨੂੰ ਕੇਵਲ ਧੂਫ ਤੇ ਅਗਰਬੱਤੀਆਂ ਦੇਈ ਜਾਣੀਆਂ ਤੇ ਉਦੋਂ ਬਾਅਦ ਚ ਕਦੇ ਉਸ ਕਿਤਾਬ ਨੂੰ ਖੋਲ ਕੇ ਵੀ ਨਾ ਵੇਖਣਾ, ਉਹਦੇ ਉੱਤੇ ਕਹਿ ਲਓ ਵੀ ਬੜੀ ਜ਼ਿਆਦਾ ਧੂੜ ਜੰਮ ਜਾਏ, ਬੜੀ ਜ਼ਿਆਦਾ ਮਿੱਟੀ ਜੰਮ ਜਾਏ, ਇਨਸਾਨ ਨੇ ਕਦੇ ਕਿਤਾਬ ਖੋਲ ਕੇ ਵੀ ਨਾ ਵੇਖੀ ਹੋਵੇ, ਤੇ ਕੀ ਅਸੀਂ ਕਹਿ ਸਕਦੇ ਹਾਂ ਵੀ ਉਹ ਬੰਦਾ ਗਿਆਨ ਦਾ ਪਾਤਰ ਬਣ ਜਾਏਗਾ? ਕੱਲੀਆਂ ਧੂਫ ਔਰ ਅਗਰਬੱਤੀਆਂ ਕਰਨ ਦੇ ਨਾਲ ਕਦੇ ਗਿਆਨ ਨਹੀਂ ਮਿਲਿਆ। ਗਿਆਨ ਹਮੇਸ਼ਾ ਪੜ੍ਹਨ ਔਰ ਵਿਚਾਰਨ ਨਾਲ ਮਿਲਦਾ ਹੈ। ਉਹ ਉਦਣ ਮਿਲੇਗਾ ਜਿੱਦਣ ਅਸੀਂ ਕੁਝ ਫਰੋਲ ਕੇ ਵੇਖਾਂਗੇ, ਉਦੋਂ ਬਿਨਾਂ ਨਹੀਂ। ਤੇ ਗਿਆਨ ਤੋਂ ਬਿਨਾਂ ਸਾਡਾ ਭਰਮ ਕਦੇ ਨਿਵਰਤ ਨਹੀਂ ਹੋਏਗਾ। ਗਿਆਨ ਤੋਂ ਬਿਨਾਂ ਸਾਡੇ ਜੀਵਨ ਵਿੱਚੋਂ ਕਦੇ ਭਟਕਣਾ ਨਹੀਂ ਮੁੱਕੇਗੀ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਇਹੋ ਸਮਝਾਉਂਦੇ, ਕਹਿੰਦੇ ਕਿ ਸਿਮਰਿਤ ਸ਼ਾਸਤਰ ਵੇਦ ਬਖਾਣੈ, ਉਹ ਇਹਨਾਂ ਨੂੰ ਵਖਿਆਣ ਤੇ ਰਿਹਾ, ਪੜ੍ਹ ਤੇ ਰਿਹਾ, ਵਿਚਾਰ ਤੇ ਰਿਹਾ, ਪਰ ਭਰਮੇ ਭੂਲਾ ਤਤ ਨਾ ਜਾਣੈ। ਉਹ ਭਰਮ ਵਿੱਚ ਪਿਆ ਹੋਇਆ ਤਤ ਨੂੰ ਸਮਝ ਹੀ ਨਹੀਂ ਸਕਿਆ ਕਿ ਅਸਲ ਵਿੱਚ ਇਹਦੇ ਅੰਦਰ ਧਾਰਮਿਕ ਗ੍ਰੰਥ ਕਹਿ ਕੀ ਰਹੇ ਨੇ, ਇਹਦੇ ਵਿੱਚ ਕਾਰਨ ਕੀ ਹੈ। ਕਹਿੰਦੇ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਗੁਰੂ ਨੂੰ ਸੇਵਿਆਂ ਤੋਂ ਬਿਨਾ ਸੁਖ ਨਹੀਂ ਮਿਲਦਾ। ਦੁੱਖੋ ਦੁੱਖ ਕਮਾਵਣਿਆ, ਸਗੋਂ ਜੀਵ ਦੁੱਖਾਂ ਦੇ ਵਿੱਚ ਹੀ ਗਲਤਾਨ ਰਹਿ ਜਾਂਦਾ। ਹੁਣ ਖਿਆਲ ਕਰੋ, ਜਦੋਂ ਮਾਲਕ ਜੀ ਦੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਭਰਮ ਦੀ ਬਾਤ ਕਰਦੇ। ਜਿੱਥੇ ਭਰਮ ਦੀ ਬਾਤ ਗੁਰੂ ਪਾਤਸ਼ਾਹ ਕਰਦੇ, ਉੱਥੇ ਸਤਿਗੁਰੂ ਜੀ ਕੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਵੀ ਭਰਮ ਦੀ ਗੱਲ ਕਰਦੇ। ਜਦੋਂ ਉਹਨਾਂ ਭਰਮ ਦੀ ਗੱਲ ਕੀਤੀ ਨਾ, ਭਰਮ ਇੱਕ ਐਸੀ ਦਸ਼ਾ ਹੈ, ਭਰਮ ਇੱਕ ਐਸੀ ਅਵਸਥਾ ਹੈ ਜਿਹੜਾ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ। ਭਰਮ ਇੱਕ ਐਸੀ ਦਸ਼ਾ ਹੈ ਜਿੱਥੇ ਜੇ ਇਨਸਾਨ ਦੇ ਮਨ ਵਿੱਚ ਪੈਦਾ ਹੋ ਜਾਏ ਤੇ ਉਹ ਇਨਸਾਨ ਆਪਣੇ ਸਮੇਂ ਨੂੰ ਪਤਾ ਹੀ ਨਹੀਂ ਕਿੰਨਾ ਕੁ ਬਰਬਾਦ ਕਰਕੇ ਬਹਿ ਜਾਂਦਾ। ਉੱਥੇ ਉਹਨਾਂ ਜ਼ਿਕਰ ਕਰਦਿਆਂ 3 ਉਦਾਹਰਨਾਂ ਦਿੱਤੀਆਂ। ਤਿੰਨਾਂ ਉਦਾਹਰਨਾਂ ਦੇ ਵਿੱਚੋਂ 2 ਉਦਾਹਰਨਾਂ ਉਹ ਜਾਨਵਰਾਂ ਦੀਆਂ ਦਿੰਦੇ ਨੇ ਤੇ ਇੱਕ ਉਦਾਹਰਨ ਉਹ ਇੱਕ ਮਨੁੱਖ ਦੀ ਦਿੰਦੇ ਨੇ। ਮਨੁੱਖ ਉਹ ਹੈ, ਜਦੋਂ ਉਹਨਾਂ ਨੇ ਭਰਮ ਵਿੱਚ ਪਏ ਹੋਏ ਮਨੁੱਖ ਦੀ ਗੱਲ ਕੀਤੀ ਨਾ, ਤੇ ਉਹ ਕਹਿੰਦੇ ਭਰਮ ਵਿੱਚ ਪਿਆ ਤਾਂ ਸੀ ਕਿਉਂਕਿ ਅੱਖਾਂ ਕਰਕੇ ਅੰਨਾ ਸੀ, ਉਹਨੂੰ ਦਿਸਦਾ ਨਹੀਂ ਸੀ, ਤਾਂ ਕਰਕੇ ਉਹ ਇਨਸਾਨ ਭਰਮ ਵਿੱਚ ਰਿਹਾ। ਪਰ ਜਦੋਂ ਤੀਜੀ ਉਦਾਹਰਣ ਦੀ ਬਾਤ ਕਰਦੇ ਤੇ ਇੱਕ ਜਾਨਵਰ ਦੀ ਗੱਲ ਕਰਦਿਆਂ ਆਖਦੇ, ਕਹਿੰਦੇ ਉਹ ਜਾਨਵਰ ਨੂੰ ਅੱਖਾਂ ਤੋਂ ਦਿਸਦਾ ਵੀ ਹੈ, ਅੱਖਾਂ ਤੋਂ ਦਿਸਦਾ, ਉਹ ਜਾਣਦਾ ਵੀ ਹੈ, ਪਰ ਉਹ ਜਾਨਵਰ ਐਸਾ ਭਰਮ ਵਿੱਚ ਪਿਆ ਆਪਣੀ ਜ਼ਿੰਦਗੀ ਤੋਂ ਵੀ ਆਪਣਾ ਆਪਾ ਗਵਾ ਕੇ ਬੈਠ ਗਿਆ। ਮਤਲਬ ਜ਼ਿੰਦਗੀ ਦੀ ਰੌ ਖਤਮ ਕਰ ਲਈ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਬੈਲ ਦਾ ਜ਼ਿਕਰ ਕੀਤਾ, ਦੂਜੇ ਨੰਬਰ ਉੱਤੇ ਇਨਸਾਨ ਦਾ ਜ਼ਿਕਰ ਕਰਦੇ, ਤੀਜੇ ਨੰਬਰ ਦੇ ਉੱਤੇ ਉਹ ਇੱਕ ਹਿਰਨ ਦਾ ਜ਼ਿਕਰ ਕਰਦੇ। ਹੁਣ ਬੈਲ ਜਿਹੜਾ, ਜਦੋਂ ਉਹਦੇ ਭਰਮ ਵਿੱਚ ਪਏ ਦੀ ਬਾਤ ਕੀਤੀ ਤੇ ਉਹਨਾਂ ਨੇ ਉਦਾਹਰਣ ਦਿੰਦਿਆਂ ਆਖਿਆ, ਕਹਿੰਦੇ ਉਹਦੀਆਂ ਅੱਖਾਂ ਨੂੰ ਵੀ ਕਵਰ ਕਰਕੇ ਰੱਖਿਆ ਗਿਆ ਸੀ, ਉਹਦੀਆਂ ਅੱਖਾਂ ਦੇ ਉੱਤੇ ਵੀ ਖੋਪੇ ਲਾਏ ਗਏ ਸਨ, ਜਿਹਦੇ ਕਰਕੇ ਉਹ ਵਿਚਾਰਾ ਭਰਮ ਦੇ ਵਿੱਚ ਪਿਆ ਸਾਰਾ ਦਿਨ ਘੁੰਮੀ ਜਾਂਦਾ, ਮਨ ਅੰਦਰ ਇੱਕ ਭਰਮ ਪੈਦਾ ਕਰ ਲੈਂਦਾ। ਅੱਜ ਮੈਂ ਬੜਾ ਲੰਮਾ ਪੈਂਡਾ ਤੈਅ ਕੀਤਾ, ਬੜਾ ਲੰਮਾ ਸਫ਼ਰ ਤੈਅ ਕੀਤਾ, ਅੱਜ ਤੇ ਮੈਂ ਕੋਹਾਂ ਦੀ ਦੂਰੀ ਤੈਅ ਕਰਕੇ ਆਪਣੇ ਇਲਾਕੇ ਤੋਂ ਕਿਸੇ ਦੂਜੇ ਇਲਾਕੇ 'ਚ ਪਹੁੰਚ ਗਿਆ ਹੋਵਾਂਗਾ। ਪਰ ਜਦੋਂ ਸ਼ਾਮਾਂ ਪਈਆਂ ਤੋਂ ਉਹਨੂੰ ਘਮਾਉਣ ਵਾਲੇ ਨੇ, ਉਹਦੇ ਮਾਲਕ ਨੇ ਉਹਦੀਆਂ ਅੱਖਾਂ ਤੋਂ ਖੋਪੇ ਲਾਏ ਤੇ ਉਹ ਵੇਖਦਾ ਵੀ ਮੈਂ ਤੇ ਉੱਥੇ ਹੀ ਖੜਾ ਜਿੱਥੋਂ ਸਵੇਰੇ ਤੁਰਿਆ ਸਾਂ। ਉੱਥੇ ਉਹਨਾਂ ਜ਼ਿਕਰ ਕੀਤਾ, ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਜਿਵੇਂ ਇੱਕ ਬੈਲ ਜਿਹੜਾ ਤੇਲੀ ਦਾ ਬਲਦ ਹੈ, ਉਹ ਸਾਰਾ ਦਿਨ ਤੁਰਦਾ ਰਿਹਾ, ਸਵੇਰ ਤੋਂ ਲੈ ਕੇ ਸ਼ਾਮਾਂ ਪੈ ਗਈਆਂ, ਸਾਰਾ ਦਿਨ ਤੁਰੀ ਗਿਆ ਔਰ ਤੁਰਦਾ ਸ਼ਾਮਾਂ ਪੈਣ ਦੇ ਉੱਤੇ ਮਨ ਵਿੱਚ ਇੱਕ ਭਰਮ ਪਾ ਲੈਂਦਾ, ਕਈ ਕੋਸ ਚੱਲਿਓ, ਮੈਂ ਤੇ ਅੱਜ ਬੜੇ ਕੋਹ ਪੈਂਡਾ ਤੈਅ ਕੀਤਾ। ਪਰ ਨੈਣ ਉਘਰਤ ਮਤਲਬ ਅੱਖਾਂ ਖੁੱਲ ਜਾਣ ਦੇ ਉੱਤੇ ਵਹੀਂ ਠਾਉ ਹੀ ਠਿਕਾਨੋ ਹੈ, ਵੀ ਮੈਂ ਤੇ ਉੱਥੇ ਹੀ ਖੜਾ ਜਿੱਥੇ ਸਵੇਰੇ ਤੁਰਿਆ ਸਾਂ।
ਸਿਰਫ ਇੱਕ ਭਰਮ ਕਿ ਮੈਂ ਪੈਂਡਾ ਤੈਅ ਕੀਤਾ ਹੈ। ਉਹ ਪੈਂਡਾ ਤੈਅ ਕਰਕੇ ਮੈਂ ਕਈ ਕੋਹਾਂ ਦੀ ਦੂਰੀ ਤੈਅ ਕੀਤੀ ਹੈ, ਪਰ ਅਫਸੋਸ ਜਿੱਥੋਂ ਤੁਰਿਆ ਸਾਂ ਮੈਂ ਉਹਦੇ ਦੁਆਲੇ ਦੁਆਲੇ ਘੁੰਮਦਾ ਰਿਹਾ। ਔਰ ਖਿਆਲ ਰੱਖੀਏ, ਜਦੋਂ ਸਾਡੇ ਮਨ ਅੰਦਰ ਭਰਮ ਪੈਦਾ ਹੋ ਜਾਏਗਾ ਨਾ, ਤੇ ਫਿਰ ਹੋ ਸਕਦਾ ਸਾਡੀ ਹਾਲਤ ਵੀ ਉਸ ਬੈਲ ਵਰਗੀ ਬਣ ਜਾਏ ਵੀ ਜਿੱਥੋਂ ਤੁਰੇ ਸਾਂ ਬਸ ਉੱਥੇ ਦੁਆਲੇ ਦੁਆਲੇ ਘੁੰਮੀ ਜਾਂਦੇ ਆ, ਪੈਂਡਾ ਅਸੀਂ ਤੈਅ ਕੀਤਾ। ਜ਼ਰੂਰੀ ਇਹ ਨਹੀਂ ਹੁੰਦਾ ਕਿ ਅਸੀਂ ਪੈਂਡਾ ਤੈਅ ਕਰ ਰਹੇ ਹਾਂ, ਜ਼ਰੂਰੀ ਇਹ ਹੁੰਦਾ ਕਿ ਸਾਡਾ ਪੈਂਡਾ ਅਸੀਂ ਸਹੀ ਤੈਅ ਕਰ ਰਹੇ ਹਾਂ। ਜੇ ਅਸੀਂ ਕੇਵਲ ਹੁਣ ਮੰਨ ਲਓ ਘਰ ਦੇ ਵਿੱਚ ਬੈਠੇ ਆ, ਅਸੀਂ ਘਰ ਦੇ ਅੰਦਰ ਹੀ ਉੱਠ ਕੇ ਤੁਰੀ ਜਾਈਏ, ਭਾਵੇਂ ਸਾਰਾ ਦਿਨ ਤੁਰਦੇ ਰਹੀਏ ਆਪਣੇ ਬਰਾਂਡੇ ਆਪਣੇ ਵਿਹੜੇ ਦੇ ਵਿੱਚ, ਤੇ ਸ਼ਾਮ ਪੈਂਦਿਆਂ ਨੂੰ ਅਸੀਂ ਕਹੀਏ ਅੱਜ ਤੇ ਮੈਂ ਬੜੀ ਕੋਹਾਂ ਦਾ ਸਫ਼ਰ ਤੈਅ ਕਰ ਲਿਆ, ਅੱਜ ਤੇ ਬੜੀ ਦੂਰ ਲੰਘ ਗਿਆ, ਪਰ ਚੇਤਾ ਉਦੋਂ ਆਏਗਾ ਵੀ ਅਜੇ ਤੱਕ ਤੇ ਮੈਂ ਘਰ ਦਾ ਦਰਵਾਜ਼ਾ ਵੀ ਨਹੀਂ ਟੱਪਿਆ। ਘਰੇ ਘਰੇ ਘੁੰਮਣ ਵਾਲਾ ਕਦੇ ਪੈਂਡਾ ਤੈਅ ਨਹੀਂ ਕਰਦਾ, ਜਾਂ ਕੋਈ ਗਲਤ ਦਿਸ਼ਾ ਵਿੱਚ ਤੁਰ ਪਏ ਤੇ ਉਹਦਾ ਤੈਅ ਕੀਤਾ ਪੈਂਡਾ ਵੀ ਕਿਸੇ ਲੇਖੇ ਵਿੱਚ ਨਹੀਂ ਪੈਂਦਾ। ਹਮੇਸ਼ਾ ਪੈਂਡਾ ਲੇਖੇ ਵਿੱਚ ਉਦੋਂ ਪੈਂਦਾ ਜਦੋਂ ਜੀਵ ਸਿੱਧੇ ਮਾਰਗ ਦੇ ਉੱਤੇ ਚੱਲੇ, ਉਦੋਂ ਹੀ ਪੈਂਡੇ ਦੀ ਤੈਅ ਕੀਤੀ ਹੋਈ ਦੂਰੀ ਖੁਸ਼ੀ ਦਿੰਦੀ ਹੈ। ਵੇਖੋ, ਇੱਕ ਇਨਸਾਨ ਤੁਰਦਾ ਹੈ, ਉਹ ਤੁਰਿਆ ਜਾਂਦਾ ਪੈਂਡਾ ਤੈਅ ਕਰਦਾ ਹੈ, ਉਹ ਸਰੀਰ ਕਰਕੇ ਥਕਾਨ ਮਹਿਸੂਸ ਕਰਦਾ ਹੈ, ਪਰ ਜਿਹੜਾ ਸਫ਼ਰ ਤੈਅ ਕਰ ਰਿਹਾ ਨਾ, ਉਹ ਤੈਅ ਹੋਇਆ ਸਫ਼ਰ ਸਿੱਧੇ ਰਸਤੇ ਉੱਤੇ ਤੁਰਿਆ ਜਾਂਦਾ। ਜਿਹੜਾ ਮਾਰਗ ਲੰਘ ਗਿਆ ਉਹਦੇ ਮਨ ਅੰਦਰ ਇੱਕ ਖੁਸ਼ੀ ਪੈਦਾ ਕਰ ਰਿਹਾ ਵੀ ਮੈਂ ਬੜਾ ਲੰਮਾ ਪੈਂਡਾ ਤੈਅ ਕਰ ਆਇਆ। ਪਰ ਦੂਜੇ ਪਾਸੇ ਇਨਸਾਨ ਨੇ ਲੰਮਾ ਪੈਂਡਾ ਤੈਅ ਕੀਤਾ ਹੋਵੇ, ਸਰੀਰ ਕਰਕੇ ਭਾਵੇਂ ਉਹਨੇ ਥਕਾਨ ਮਹਿਸੂਸ ਨਾ ਕੀਤੀ ਹੋਵੇ, ਬਾਡੀ ਕਰਕੇ ਉਹ ਭਾਵੇਂ ਨਾ ਥੱਕਿਆ ਹੋਵੇ, ਉਹ ਇਨਸਾਨ ਹਮੇਸ਼ਾ ਦੁਖੀ ਹੋਏਗਾ, ਕਿਉਂਕਿ ਉਹਨੂੰ ਪਤਾ ਇਹ ਲੱਗਾ ਵੀ ਮੈਂ ਜਿੰਨਾ ਪੈਂਡਾ ਤੈਅ ਕੀਤਾ ਉਹ ਸਾਰਾ ਹੀ ਗਲਤ ਦਿਸ਼ਾ ਵਿੱਚ ਕੀਤਾ। ਭਾਵੇਂ ਸਰੀਰ ਕਰਕੇ ਉਹ ਆਰਾਮ ਵਿੱਚ ਹੈ, ਪਰ ਇਨਸਾਨ ਫਿਰ ਵੀ, ਇਹਨੂੰ ਸੌਖੇ ਤਰੀਕੇ ਹੋਰ ਸਮਝ ਲਈਏ, ਇੱਕ ਇਨਸਾਨ ਮੋਟਰ ਵਹੀਕਲ ਵਿੱਚ ਬੈਠਾ ਹੈ, ਉਹਦੀ ਬਾਡੀ ਦਾ ਕੋਈ ਜ਼ੋਰ ਨਹੀਂ ਲੱਗ ਰਿਹਾ, ਉਹ ਆਰਾਮ ਨਾਲ ਬੈਠਾ ਮੋਟਰ ਵਹੀਕਲ ਦੇ ਅੰਦਰ, ਉਹਨੇ ਸਿਰਫ ਮੋਟਰ ਵਹੀਕਲ ਨੂੰ ਚਲਾਉਣਾ ਤੇ ਉਹਨੂੰ ਕਮਾਂਡ ਦੇ ਕੇ ਕੰਟਰੋਲ ਵਿੱਚ ਰੱਖਦਿਆਂ ਪੈਂਡਾ ਤੈਅ ਕਰਨਾ। ਉਹ ਮੋਟਰ ਵਹੀਕਲ ਤੇ ਬੈਠਾ ਵੀ ਇਨਸਾਨ ਕਿਤੇ ਗਲਤ ਮਾਰਗ ਉੱਤੇ ਚੱਲ ਪਏ ਨਾ, ਜਦੋਂ ਪਤਾ ਲੱਗਦਾ ਵੀ ਮੇਰਾ ਸਾਰਾ ਪੈਂਡਾ ਤੈਅ ਕੀਤਾ ਅਜਾਈ ਗਿਆ, ਉਹ ਵੀ ਬੈਠਾ ਮੋਟਰ ਵਹੀਕਲ ਅੰਦਰ ਚਿੰਤਤ ਹੋ ਜਾਂਦਾ, ਦੁਖੀ ਹੋ ਜਾਂਦਾ, ਮੇਰਾ ਪੈਂਡਾ ਤੈਅ ਕੀਤੇ ਦਾ ਲਾਭ ਕੀ ਹੋਇਆ। ਮਾਲਕ ਜੀ ਨੇ ਬੜਾ ਪਿਆਰਾ, ਭਾਈ ਗੁਰਦਾਸ ਜੀ ਨੇ ਜ਼ਿਕਰ ਬੜਾ ਪਿਆਰਾ ਕੀਤਾ, ਕਹਿੰਦੇ ਜੈਸੇ बैल तेली को जानत कई कोस चलियो, नैन उग्रत वही ठाव ही ठिकानो है, जैसे जेवरी बटत आंदरो अचिंत चिंत। जिवें जेवरी कहते रस्सी नूं, एक बंदा सवेर तो लैके शामां पै गईयां, सारा दिन बैठा बेचारा रस्सी वटदा रहा, शामां पईयां, हत्थां उत्ते भी छाले पै गए, हथ छालियां नाल भर गए, हत्थां विचों लहू सिमण लग पिया, मन अंदर एक भरम पैदा हो गया भी अज मैं सवेर दा रस्सी वटन लगा, रस्सी ते बड़ी वड्डी बन गई होनी है, बड़ा लम्मा रस्सा अज मैं वट लिया होना। पर किसी सूझवान ने जदों ओ कोलों गुजरिया ना, ते ओदे कोलों ओने पुछिया, जदों ओदे पैरां दी आहट सुनी ते ओनू आखदा है, ते कहंदा सज्जणा मैं अपने हत्थां नाल रस्सी वट रिहा सां, पर मेरे हत्थ विच एक टोटा ही आया है, कारण की है, वेखी किते रस्सी किते आसे पासे ना होई होवे। ते ओ कोलों गुजरदा कहंदा सज्जणा हो सकदा तू रस्सी बहुत वट्टी होवे, मेहनत बहुत कीती है तू, पर अफसोस इस गल दा तेरे कोले ही एक कटरू खड़ा जिहड़ा तेरी वाटी हुई रस्सी नूं लगातार जिवें जिवें तू वटदा गया उवें उवें ओ खांदा गया। खात जात बशरो टटोरे पछतानो है, वो अन्ना सारा दिन अपने हत्थां नाल रस्सी वटदा रहा, पर जदों टटोर के वेखिया, ओनू हत्थां नाल फरोल के वेखिया, ते हत्थ विच सिर्फ ओना की टोटा आया जिन्ना क हत्थां विच सी, क्योंकि मगर खात जात बशरो जिहड़ा पिछे बशरा खड़िया सी, वो रस्सी नाल दी नाल ही खांदा गया। फिर तीजी उदाहरण दित्ती, गुरु पातशाह जी दे प्यारे सिख भाई गुरदास जी जिक्र करदियां कहंदे एक ओ हुण पहलों जिक्र किया अखां ते लगे खोपे दा, फिर दूजे नंबर ते जिक्र किया अखां करके अन्ने दा, तीजे नंबर उत्ते जिक्र करदे एक हिरण दा जिन्हों अखां तो दिसदा है। ओ अखां तो दिसदा होया भी भरम विच पिया, ते ओ हो सकदा है ओ बैल अपनी जिंदगी बचाई रखे, अन्ना बंदा भी मरेगा नहीं, पर जेड़ा हिरन है वो ऐसे भरम विच पिया, ना ते ओ जिउंदा रहा, ना वो अपने भरम की निवृत्ति कर सकिया, वो ते अपनी मौत नूं अपने गल नाल ला के बह गया। हुण उत्थे जिक्र किया
ਕਹਿੰਦੇ ਜੈਸੇ ਮ੍ਰਿਗ ਤ੍ਰਿਸ਼ਨਾ ਲਉਤਾਵੇ ਮ੍ਰਿਗ ਤ੍ਰਿਖਾਵੰਤ, ਜਿਵੇਂ ਇੱਕ ਮ੍ਰਿਗ ਇੱਕ ਹਿਰਨ ਮ੍ਰਿਗ ਤ੍ਰਿਸ਼ਨਾ ਨੂੰ ਵੇਖਦਾ ਹੋਇਆ ਸਾਰਾ ਦਿਨ ਪੈਂਡਾ ਤੈਅ ਕਰਦਾ ਰਿਹਾ, ਦੌੜਦਾ ਰਿਹਾ। ਉੱਥੇ ਮ੍ਰਿਗ ਤ੍ਰਿਸ਼ਨਾ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਆਖਿਆ ਉਹ ਤ੍ਰਿਸ਼ਨਾ, ਉਹ ਭਰਮ ਜਿਹੜਾ ਹੈ ਨਹੀਂ, ਬਸ ਇੱਕ ਮਿਰਗ ਮੰਨ ਕੇ ਬੈਠਾ ਹੈ। ਉਹ ਭਰਮ ਕੀ ਹੈ ਕਿ ਰੇਗਿਸਤਾਨ ਦੇ ਇਲਾਕੇ ਵਿੱਚ ਰੇਤ ਦੇ ਕਣਾਂ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ, ਉਹ ਰੇਤ ਦੇ ਕਣ ਚਮਕਦੇ ਇਦਾਂ ਨੇ ਕਿ ਉਹ ਪਾਣੀ ਦਾ ਬਹੁਤ ਵੱਡਾ ਸੋਮਾ ਲੱਗਦੇ ਨੇ। ਪਿਆਸ ਨਾਲ ਤੜਫ ਰਿਹਾ ਹਿਰਨ ਪਾਣੀ ਦੀ ਤਲਾਸ਼ ਵਿੱਚ ਉਹਨਾਂ ਕਿਰਨਾਂ ਨੂੰ ਰੇਤਾ ਦੇ ਕਣਾਂ ਉੱਤੇ ਪੈਂਦਿਆਂ ਵੇਖਦਾ ਹੈ। ਪਾਣੀ ਦਾ ਸੋਮਾ ਸਮਝ ਕੇ ਤੇ ਉਹਨਾਂ ਵੱਲ ਅਗਾਂਹ ਵੱਧਦਾ, ਇੰਨੀ ਕੁ ਤੇਜ਼ੀ ਨਾਲ ਦੌੜਦਾ ਕਿ ਮੈਂ ਪਾਣੀ ਤੱਕ ਪਹੁੰਚ ਜਾਵਾਂ। ਪਰ ਜਿੰਨਾ ਪੈਂਡਾ ਤੈਅ ਕਰਦਾ ਉਦੋਂ ਅਗਾਂਹ ਪਾਣੀ ਨਜ਼ਰ ਆਉਂਦਾ। ਬਸ ਇਦਾਂ ਦੌੜਿਆ ਜਾਂਦਾ, ਪਿਆਸਾ ਆਪਣੇ ਪ੍ਰਾਣ ਗਵਾ ਦਿੰਦਾ, ਮਿਲਿਆ ਕੁਝ ਨਹੀਂ। ਇਸੇ ਤਰ੍ਹਾਂ ਜੇ ਕਿਤੇ ਇਨਸਾਨ ਭਰਮ ਵਿੱਚ ਪੈ ਜਾਏ ਨਾ, ਤੇ ਇਨਸਾਨ ਦੇ ਹੱਥ ਆਉਂਦਾ ਕੁਝ ਨਹੀਂ ਹੈ, ਸਿਰਫ ਭਰਮ ਵਿੱਚ ਪਿਆ ਹੋਇਆ ਆਪਣਾ ਸਮਾਂ ਤੇ ਆਪਣੀ ਜੀਵਨ ਰੂਪੀ ਰਾਤ ਜਿਹੜੀ ਉਹਨੂੰ ਗੁਜ਼ਾਰ ਲੈਂਦਾ ਹੈ। ਅੱਜ ਸਤਿਗੁਰੂ ਜੀ ਕਹਿੰਦੇ ਜੀਵ ਜੇ ਕਿਤੇ ਭਰਮ ਵਿੱਚ ਪੈ ਜਾਏ, ਉਹ ਤੱਤ ਨੂੰ ਸਮਝ ਨਹੀਂ ਸਕਿਆ, ਤੱਤ ਨੂੰ ਜਾਣ ਨਹੀਂ ਸਕਿਆ, ਤੇ ਉਹਨਾਂ ਚਿਰ ਇਨਸਾਨ ਤੱਤ ਨੂੰ ਜਾਣੇਗਾ ਵੀ ਨਹੀਂ ਜਿੰਨਾ ਚਿਰ ਕੋਲੇ ਗਿਆਨ ਨਹੀਂ ਆ ਜਾਂਦਾ, ਗੁਰੂ ਕਾ ਉਪਦੇਸ਼ ਧਾਰਨ ਨਹੀਂ ਕਰ ਲੈਂਦਾ। ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਕਹਿੰਦੇ ਗੁਰੂ ਨੂੰ ਸੇਵਨ ਤੋਂ ਬਿਨਾ ਕਦੇ ਸੁਖ ਨਹੀਂ ਮਿਲਿਆ। ਦੁੱਖੋ ਦੁੱਖ ਕਮਾਵਣਿਆ, ਇਨਸਾਨ ਸਗੋਂ ਆਪਣੇ ਜੀਵਨ ਅੰਦਰ ਦੁੱਖ ਹੀ ਕਮਾਉਂਦਾ ਰਹਿ ਜਾਂਦਾ ਹੈ। ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੁਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਫਿਰ ਅਖੀਰੀ ਪਦੇ ਵਿੱਚ ਆ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜ਼ਿਕਰ ਕਰਦੇ, ਕਹਿੰਦੇ ਆਪ ਕਰੇ ਕਿਸ ਆਖੈ ਕੋਈ। ਹੁਣ ਕਰਨ ਵਾਲਾ ਪਰਮੇਸ਼ਵਰ ਹੈ, ਉਹ ਕਰਦਾ ਹੈ। ਆਖਣ ਜਾਈਏ ਜੇ ਭੁੱਲਾ ਹੋਈ, ਉਹਨੂੰ ਆਖਣ ਤੇ ਤਾਂ ਜਾਈਏ ਜੇ ਉਹ ਭੁੱਲਿਆ ਹੋਵੇ। ਉਹ ਤੇ ਭੁੱਲਿਆਂ ਨੂੰ ਸਿੱਧੇ ਮਾਰਗ ਤੇ ਪਾਉਂਦਾ ਨਾ। ਜਾਂ ਜਦੋਂ ਆਪਾਂ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਮਾਲਕ ਜੀ ਦੋ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਆ, ਕਹਿੰਦੇ ਜਿਹੜੀਆਂ ਅਭੁੱਲ ਨੇ, ਜਿਹੜੀਆਂ ਕਦੇ ਵੀ ਭੁੱਲ ਨਹੀਂ ਕਰਦੀਆਂ। ਇੱਕ ਗੁਰੂ ਤੇ ਦੂਜਾ ਕਰਤਾਰ, ਇੱਕ ਰੱਬ। ਇਹ ਦੋ ਸ਼ਖਸੀਅਤਾਂ ਐਸੀਆਂ ਨੇ ਜਿਹਨੂੰ ਮਾਲਕ ਜੀ ਕਹਿੰਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਥਾਂ ਤੇ ਮਾਲਕ ਜੀ ਨੇ ਬਚਨ ਵਰਤੇ, ਕਹਿੰਦੇ ਭੁੱਲਣ ਵਿੱਚ ਕੀ ਆ ਸਭ ਕੋਏ, ਕਰਤਾ ਆਪ ਨਾ ਭੁੱਲੇ। ਉਹ ਰੱਬ ਆਪ ਨਹੀਂ ਭੁੱਲਦਾ, ਕਰਾਉਂਦਾ ਉਹੀ ਹੈ। ਕਹਿੰਦੇ ਆਪ ਕਰੇ, ਆਪੇ ਉਹ ਕਰ ਰਿਹਾ, ਕਿਸ ਆਖਿਆ ਕੋਈ, ਕਿਸੇ ਨੂੰ ਕੀ ਆਖਿਆ ਜਾ ਸਕਦਾ। ਆਖਣ ਜਾਈਏ ਤੇ ਉਹਨੂੰ ਆਖਣ ਤਾਂ ਜਾਈਏ ਜੇ ਭੁੱਲਾ ਹੋਈ, ਜੇ ਉਹ ਭੁੱਲਿਆ ਹੋਵੇ। ਤੇ ਸਮਝਾਇਆ ਕਿਹਨੂੰ ਜਾਂਦਾ ਹੈ? ਜਿਹੜਾ ਭੁੱਲਿਆ ਹੋਵੇ। ਤੇ ਜਿਹੜਾ ਭੁੱਲਿਆ ਹੀ ਨਾ ਹੋਵੇ ਉਹਨੂੰ ਸਮਝਾਵਾਂਗੇ ਕੀ? ਉਪਦੇਸ਼ ਉਹਨੂੰ ਦਿੱਤਾ ਜਾਂਦਾ ਹੈ ਨਾ ਜਿਹੜਾ ਉਪਦੇਸ਼ ਤੋਂ ਸਖਣਾ ਹੈ। ਤੇ ਜਿਹੜਾ ਆਪ ਹੀ ਉਪਦੇਸ਼ ਦਾ ਇੱਕ ਕਹਿ ਲੋ ਖਜ਼ਾਨਾ ਹੋਵੇ, ਜਿਹਦੇ ਕੋਲ ਆਪ ਉਪਦੇਸ਼ ਤੋਂ ਸਖਣਾ ਨਹੀਂ, ਗਿਆਨ ਦਾ ਭੰਡਾਰ ਹੋਵੇ, ਉਹਨੂੰ ਕੀ ਉਪਦੇਸ਼ ਦੇਵਾਂਗੇ? ਜਿਹਨੂੰ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆ, ਕਹਿੰਦੇ ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ। ਅਸੀਂ ਉਹਨਾਂ ਨੂੰ ਗਿਆਨ ਕੀ ਦੇਵਾਂਗੇ ਜਿਹੜੇ ਆਪ ਖੁਦ ਗਿਆਨ ਦਾ ਭੰਡਾਰ, ਗਿਆਨ ਦਾ ਮੁਜੱਸਮ ਹੈ। ਜਿਵੇਂ ਸੂਰਜ ਨੂੰ ਰੌਸ਼ਨੀ ਅਸੀਂ ਨਹੀਂ ਦੇ ਸਕਦੇ, ਸੂਰਜ ਸਾਨੂੰ ਰੌਸ਼ਨੀ ਦਿੰਦਾ। ਜੁਗਨੂੰ ਕਿਤੇ ਜਾ ਕੇ ਸੂਰਜ ਦੇ ਸਾਹਮਣੇ ਆਪਣੀ ਨਿੱਕੀ ਜੀ ਬੱਤੀ ਜਗਾਉਂਦਾ, ਆਖੇ ਵੀ ਲੈ ਵੇਖ ਮੈਂ ਤੇਰੇ ਸਾਹਮਣੇ ਵੱਧ ਚਮਕਦਾ ਆ, ਤੇ ਕਦੀ ਸੂਰਜ ਮੰਨ ਲੇਗਾ ਜਾਂ ਅਸੀਂ ਮੰਨ ਲਾਂਗੇ ਵੀ ਆ ਟਟਹਿਣੇ ਦੀ ਪਾਇਆ ਕੀ ਹੈ? ਜੁਗਨੂੰ ਨੂੰ ਟਟਹਿਣਾ ਵੀ ਕਹਿੰਦੇ। ਹੁਣ ਉਹ ਟਟਹਿਣਾ ਜਦੋਂ ਰਾਤ ਨੂੰ ਚਮਕਦਾ ਹੈ ਤੇ ਉਹਦੀ ਚਮਕ ਨਜ਼ਰ ਆਉਂਦੀ ਹੈ, ਪਰ ਜਦੋਂ ਦਿਨੇ ਚਮਕਦਾ ਤੇ ਉਹਦੀ ਚਮਕ ਸਾਨੂੰ ਨਜ਼ਰ ਨਹੀਂ ਪੈਂਦੀ।
ਤਾਰੇ ਜਦੋਂ ਵਿਗਿਆਨ ਪੜ੍ਹਦੇ ਆ ਤੇ ਵਿਗਿਆਨ ਇਸ ਗੱਲ ਦੀ ਸੋਝੀ ਦਿੰਦਾ ਤਾਰੇ ਕਿਤੇ ਜਾਂਦੇ ਨਹੀਂ। ਤਾਰਿਆਂ ਦੀ ਰੌਸ਼ਨੀ, ਤਾਰਿਆਂ ਦਾ ਚਾਨਣ ਸੂਰਜ ਦੇ ਚਾਨਣ ਅੰਦਰ ਅੱਗੇ ਇੰਨਾ ਫਿੱਕਾ ਪੈ ਜਾਂਦਾ ਵੀ ਉਹ ਦਿਸਣੋਂ ਬੰਦ ਹੋ ਜਾਂਦੇ ਨੇ। ਜਾਂਦੇ ਕਿਤੇ ਨਹੀਂ, ਉਹ ਹੈਨ ਇੱਥੇ ਹੀ, ਬਸ ਸੂਰਜ ਦੇ ਚਾਨਣ ਅੱਗੇ ਉਹਨਾਂ ਦਾ ਚਾਨਣ ਫਿੱਕਾ ਪੈ। ਜਦੋਂ ਸੂਰਜ ਦਾ ਚਾਨਣ ਅਲੋਪ ਹੋਇਆ ਉਦੋਂ ਤਾਰਿਆਂ ਨੇ ਆਪਣੀ ਚਮਕ ਦਿੱਤੀ। ਜਦੋਂ ਚੰਦਰਮਾ ਦਾ ਚਾਨਣ ਜਿਹੜਾ ਹੈ ਉਹ ਸੂਰਜ ਦੇ ਸਾਹਮਣੇ ਫਿੱਕਾ ਪਿਆ, ਚੰਦਰਮਾ ਦਿਸਣਾ ਬੰਦ ਹੋ ਗਿਆ। ਜਦੋਂ ਸੂਰਜ ਦਾ ਚਾਨਣ ਫਿੱਕਾ ਪਿਆ ਉਦੋਂ ਚੰਦਰਮਾ ਦਿਸਣ ਲੱਗ ਪੈਂਦਾ। ਜਾਂਦੇ ਕਿਤੇ ਨਹੀਂ, ਹੈਨ ਇੱਥੇ ਹੀ, ਸਦੀਵ ਨੇ, ਬਸ ਚਾਨਣ ਦੀ ਬਾਤ ਹੈ। ਤੇ ਜੇ ਕੋਈ ਗਿਆਨ ਤੋਂ ਸਖਣਾ ਹੋਵੇ ਉਹਨੂੰ ਗਿਆਨ ਦਿੰਦੇ ਆ ਅਸੀਂ ਚੰਗੇ ਵੀ ਲੱਗਦੇ ਆ, ਪਰ ਜੇ ਕੋਈ ਗਿਆਨ ਨਾਲ ਖੁਦ ਭਰਪੂਰ ਹੋਵੇ ਤੇ ਉਹਨੂੰ ਗਿਆਨ ਕੀ ਦਿੱਤਾ ਜਾਵੇ। ਸਾਹਿਬ ਜੀ ਨੇ ਜੋ ਅੱਜ ਉਪਦੇਸ਼ ਦਿੱਤਾ, ਕਹਿੰਦੇ ਆਪ ਕਰੇ ਉਹ ਕਰਦਾ ਆਪੇ ਹੀ ਹੈ ਮਾਲਕ। ਕਿਸ ਆਖੇ ਕੋਈ, ਅਸੀਂ ਕਿਸੇ ਨੂੰ ਕੀ ਆਖ ਸਕਦੇ ਆ। ਫਿਰ ਦੂਜੇ ਨੰਬਰ ਉੱਤੇ ਕਹਿੰਦੇ ਆਖਣ ਜਾਈਏ, ਉਹਨੂੰ ਆਖਣ ਤੇ ਤਾਂ ਜਾਈਏ ਜੇ ਉਹ ਭੁੱਲਾ ਹੋਈ, ਜੇ ਭੁੱਲਿਆ ਹੋਵੇਗਾ ਉਹ ਭੁੱਲਿਆ ਵੀ ਨਹੀਂ ਹੈ। ਫਿਰ ਨਾਨਕ ਆਪ ਕਰੇ ਕਰਾਏ, ਹੈ ਨਾਨਕ ਜੀਓ ਉਹ ਆਪੇ ਹੀ ਕਰਦਾ ਹੈ, ਆਪੇ ਹੀ ਕਰਾਉਂਦਾ ਹੈ। ਨਾਮੇ ਨਾਮ ਸਮਾਵਣਿਆ, ਬਸ ਇਉਂ ਹੈ ਕਿ ਜੀਵ ਉਹਦੇ ਹੁਕਮ ਵਿੱਚ ਚੱਲਦਾ ਹੋਇਆ, ਉਹਦੇ ਹੁਕਮ ਵਿੱਚ, ਉਹਦੇ ਹੁਕਮ ਅਨੁਸਾਰੀ, ਉਹਦੀ ਰਜ਼ਾ ਵਿੱਚ ਚੱਲਦਾ ਹੋਇਆ ਉਹਦੇ ਵਿੱਚ ਸਮਾ ਜਾਏ ਤੇ ਭਲਾ ਹੈ। ਪਰ ਜੇ ਕਿਤੇ ਉਹਦੇ ਗਿਆਨ ਤੋਂ ਸਖਣਾ ਹੋ ਕੇ ਜੀਵ ਭਰਮ ਵਿੱਚ ਪੈ ਗਿਆ ਤੇ ਫਿਰ ਭਰਮ ਵਿੱਚ ਪਿਆ ਹੋਇਆ ਕਦੇ ਸਿੱਧੇ ਮਾਰਗ ਤੇ ਨਹੀਂ ਤੁਰਦਾ। ਭਰਮ ਵਿੱਚ ਪਿਆ ਇਨਸਾਨ ਸਦਾ ਭਟਕਦਾ ਹੀ ਹੈ। ਜਦੋਂ ਭਰਮ ਪੈਦਾ ਹੋ ਜਾਏਗਾ ਉਦੋਂ ਜ਼ਿੰਦਗੀ ਵਿੱਚੋਂ ਟਿਕਾ, ਸੰਸਾਰਕ ਤੌਰ ਤੇ ਹੀ ਗੱਲ ਕਰ ਲਓ, ਜੇ ਇੱਕ ਭਰਮ ਮਨ ਵਿੱਚ ਪੈ ਗਿਆ, ਜਿਵੇਂ ਇਨਸਾਨ ਬਿਲਕੁਲ ਤੰਦਰੁਸਤ ਹੈ, ਬਿਲਕੁਲ ਕੋਈ ਰੋਗ ਨਹੀਂ ਸਰੀਰ ਨੂੰ, ਸਿਰਫ ਕਿਸੇ ਨੇ ਆ ਕੇ ਇੱਕ ਭਰਮ ਪੈਦਾ ਕਰਤਾ ਵੀ ਤੈਨੂੰ ਤੇ ਆਹ ਰੋਗ ਲੱਗਾ ਹੈ। ਹੁਣ ਇੱਕ ਭਰਮ ਹੈ, ਉਹ ਕਦੇ ਕਿਸੇ ਡਾਕਟਰ ਕੋਲ ਜਾਂਦਾ, ਕਦੇ ਕਿਸੇ ਕੋਲ ਜਾਂਦਾ, ਟਿਕਾ ਨਹੀਂ ਨਾ। ਭੱਜ ਦੌੜ ਪੈ ਗਈ, ਚਿੰਤਾ ਵੀ ਪੈ ਗਈ, ਡਰ ਵੀ ਪੈ ਗਿਆ, ਦੌੜ ਭੱਜ ਵੀ ਸ਼ੁਰੂ ਹੋ ਗਈ, ਸਿਰਫ ਇੱਕ ਭਰਮ ਕਰਕੇ। ਤੇ ਕਦੇ ਵੇਖੋ ਤੁਸੀਂ ਡਾਕਟਰ ਨਾ, ਉਹਦੇ ਸਾਹਮਣੇ ਕੋਈ ਜਿੱਡਾ ਮਰਜ਼ੀ ਵੱਡਾ ਰੋਗੀ ਚਲਾ ਜਾਏ, ਡਾਕਟਰ ਵੀ ਜਾਣਦਾ ਵੀ ਜਿਹੜਾ ਰੋਗ ਇਹਨੂੰ ਲੱਗਾ ਉਹ ਕਦੇ ਮੁੱਕਣਾ ਨਹੀਂ। ਇਹ ਰੋਗ ਨੂੰ ਮੁੱਕਣਾ, ਇਸ ਰੋਗ ਨੇ ਨਹੀਂ ਮੁੱਕਣਾ, ਇਸ ਰੋਗ ਨਾਲ ਗ੍ਰਸੇ ਹੋਏ ਮਨੁੱਖ ਨੇ ਮੁੱਕ ਜਾਣਾ, ਡਾਕਟਰ ਵੀ ਜਾਣਦਾ। ਪਰ ਫਿਰ ਵੀ ਰੋਗੀ ਨੂੰ ਨਾ ਇੱਕ ਦਿਲਾਸਾ ਦਿੰਦਾ ਵੀ ਚਿੰਤਾ ਨਾ ਕਰੋ, ਰੋਗ ਬੜਾ ਛੋਟਾ ਜਿਹਾ ਹੈ, ਤੁਹਾਡਾ ਤੇ ਦਿਨਾਂ ਵਿੱਚ ਹੀ ਕੱਟਿਆ ਜਾਣਾ। ਡਾਕਟਰ ਕਦੇ ਡਰ ਪੈਦਾ ਨਹੀਂ ਕਰਦਾ, ਡਾਕਟਰ ਹਮੇਸ਼ਾ ਹੌਸਲਾ ਦਿੰਦਾ ਹੈ। ਭਰਮ ਵਿੱਚ ਪਾ ਕੇ ਡਰ ਪੈਦਾ ਨਹੀਂ ਕਰਦਾ, ਉਹ ਹੌਸਲਾ ਦਿੰਦਾ। ਜਦੋਂ ਹੌਸਲਾ ਦਿੰਦਾ ਉਹਦੇ ਸਦਕਾ ਮਨੁੱਖ ਨੂੰ, ਜਦੋਂ ਨਾ ਇੱਕ ਇੰਗਲਿਸ਼ ਦੇ ਵਿੱਚ ਨਾ ਇੱਕ ਲੈਸਨ ਸੀ, ਉਹਦੇ ਵਿੱਚ ਸਮਝਾਉਂਦੇ ਆ, ਇੱਕ ਨਾ ਹਾਰਟ ਦਾ ਡਾਕਟਰ ਹੈ, ਦਿਲ ਦਾ ਡਾਕਟਰ ਹੈ, ਉਹਦੇ ਕੋਲ ਬੜੇ ਵੱਡੇ ਵੱਡੇ ਦਿਲ ਦੇ ਮਰੀਜ਼ ਆਉਂਦੇ। ਉਹਦਾ ਇੱਕ ਦੋਸਤ ਹੈ, ਮਿੱਤਰ ਹੈ ਉਹਦਾ, ਤੇ ਉਹ ਮਿੱਤਰ ਨਾ ਉਹਨੂੰ ਜਾਣਦਾ ਚੰਗੀ ਤਰ੍ਹਾਂ, ਤੇ ਉਹਦੇ ਕੋਲ ਆ ਕੇ ਨਾ ਇੱਕ ਦਿਨ ਵਿਚਾਰ ਕਰਦੇ ਆ, ਕਹਿੰਦਾ ਵੀ ਮੈਂ ਵੇਖਿਆ ਵੀ ਤੇਰੇ ਕੋਲ ਜਿੱਡਾ ਮਰਜ਼ੀ ਕੋਈ ਵੱਡਾ ਰੋਗੀ ਆ ਜਾਏ, ਤੂੰ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਹਾਡਾ ਰੋਗ ਬਹੁਤ ਵੱਡਾ ਹੈ, ਵੀ ਤੂੰ ਸਾਰਿਆਂ ਨੂੰ ਇਹੀ ਕਹਿਣਾ ਵੀ ਰੋਗ ਤੁਹਾਡਾ ਬੜਾ ਛੋਟਾ ਜਿਹਾ, ਤੂੰ ਕੱਟਿਆ ਜਾਣਾ। ਤੇ ਤੇਰੇ ਕੋਲ ਬਹੁਤੀ ਦਵਾਈ, ਬਹੁਤੀ ਮੈਡੀਸਿਨ ਤੂੰ ਨਹੀਂ ਦਿੰਦਾ, ਤੂੰ ਉਹਨਾਂ ਨੂੰ ਬਹੁਤਾ ਹੌਸਲਾ ਦਿੰਦਾ। ਉਹ ਡਾਕਟਰ ਨੇ ਅੱਗੋਂ ਜਵਾਬ ਦਿੱਤਾ ਉਹਦੇ ਮਿੱਤਰ ਨੇ, ਕਹਿੰਦਾ ਵੀ ਮੇਰਾ ਦਿੱਤਾ ਹੋਇਆ ਹੌਸਲਾ ਉਹਨਾਂ ਦੇ ਮਨ ਨੂੰ ਇੰਨਾ ਕੁ ਧਰਵਾਸ ਤੇ ਇੰਨਾ ਕੁ ਜ਼ਿਆਦਾ ਧੀਰਜ ਦਿੰਦਾ ਵੀ ਦਵਾਈ ਨਾਲੋਂ ਵੱਧ ਉਹਨਾਂ ਨੂੰ ਦਿੱਤਾ ਹੌਸਲਾ ਕੰਮ ਕਰ ਜਾਂਦਾ। ਉਹ ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਡੋਲਣ ਨਹੀਂ ਦਿੰਦੇ, ਰੱਬੋਂ ਹੀ ਉਹੀ ਰੋਗ ਉਹਦੇ ਮਿੱਤਰ ਨੂੰ ਲੱਗ ਜਾਂਦਾ ਹੈ। ਉਹੀ ਰੋਗ ਉਹਦੇ ਮਿੱਤਰ ਨੂੰ ਲੱਗਾ। ਜਦੋਂ ਉਹ ਰੋਗ ਮਿੱਤਰ, ਉਹ ਵੀ ਦਵਾਈ ਉਹਦੇ ਕੋਲ ਲੈਣ ਚਲਾ ਗਿਆ। ਹੁਣ ਉਹਨੇ ਦਵਾਈ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਉਹਨੂੰ ਹੌਸਲਾ ਦਿੱਤਾ ਵੀ ਤੈਨੂੰ ਕਿਹੜਾ ਰੋਗ ਹੈ, ਤੈਨੂੰ ਤੇ ਰੋਗ ਲੱਗਾ ਹੀ ਕੋਈ ਨਹੀਂ, ਤੂੰ ਤੇ ਬਿਲਕੁਲ ਤੰਦਰੁਸਤ ਹੈ, ਕਿਸੇ ਪ੍ਰਕਾਰ ਦਾ ਤੈਨੂੰ ਰੋਗ ਨਹੀਂ, ਬਸ ਕੁਝ ਕੁ ਪਰਹੇਜ਼ ਰੱਖ ਲਾ, ਤੇਰਾ ਰੋਗ ਕੱਟਿਆ ਜਾਣਾ।
ਤੈਨੂੰ ਕੋਈ ਚਿੰਤਾ ਜਾਂ ਕੋਈ ਵੀ ਦੁੱਖ ਨਹੀਂ, ਸਿਰਫ ਮਨ ਅੰਦਰ ਇੱਕ ਭਰਮ ਹੈ, ਕੁਝ ਕੁ ਪਰਹੇਜ਼। ਉਹਨੇ ਕੁਝ ਕੁ ਪਰਹੇਜ਼ ਦਿੱਤੇ ਤੇ ਉਹ ਪਰਹੇਜ਼ ਕਰਦਿਆਂ ਕਰਦਿਆਂ ਹੌਸਲਾ ਅਫਜ਼ਾਈ ਇੰਨੀ ਕੁ ਕੀਤੀ ਕਿ ਉਸ ਹੌਸਲਾ ਅਫਜ਼ਾਈ ਨਾਲ ਉਹਦੇ ਮਿੱਤਰ ਦਾ ਰੋਗ ਵੀ ਕੱਟਿਆ ਗਿਆ। ਤੇ ਮੁੜ ਕੇ ਉਹ ਆ ਕੇ ਆਖਦਾ, ਕਹਿੰਦਾ ਸੱਚਮੁੱਚ ਪਹਿਲੋਂ ਤੇ ਮੈਨੂੰ ਲੱਗਦਾ ਸੀ ਵੀ ਤੂੰ ਕੇਵਲ ਗੱਲਾਂ ਨਾਲ ਹੀ ਲੋਕਾਂ ਨੂੰ ਆਪਣੇ ਵੱਲ ਖਿੱਚੀ ਆਉਣਾ, ਪਰ ਅੱਜ ਪਤਾ ਲੱਗਾ ਮੈਂ ਤੇਰੇ ਕੋਲ ਚੱਲ ਕੇ ਆਇਆ ਸਾਂ ਤਾਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਮੈਂ ਰੋਗੀ ਆ, ਮੈਨੂੰ ਰੋਗ ਬੜਾ ਵੱਡਾ ਹੈ। ਮੈਂ ਪਹਿਲੋਂ ਸਾਰਾ ਕੁਝ ਵੇਖ ਕੇ ਆਇਆ, ਪਰ ਜਦੋਂ ਤੇਰੇ ਕੋਲ ਆਇਆ ਤੂੰ ਮੈਨੂੰ ਡਰਾਉਣ ਦੀ ਬਜਾਏ ਸਿਰਫ ਇੱਕ ਹੌਸਲਾ ਦਿੱਤਾ ਤੇ ਉਸ ਹੌਸਲੇ ਨੇ ਸੱਚਮੁੱਚ ਮੇਰਾ ਰੋਗ ਕੱਟ ਦਿੱਤਾ। ਔਰ ਜਦੋਂ ਅਸੀਂ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਨਾ, ਬਾਣੀ ਸਾਨੂੰ ਹਮੇਸ਼ਾ ਧੀਰਜ ਤੇ ਧਰਵਾਸ ਦਿੰਦੀ ਹੈ, ਬਾਣੀ ਡੋਲਣ ਨਹੀਂ ਦਿੰਦੀ। ਮਨ ਅੰਦਰਲੇ ਪਏ ਹੋਏ ਭਰਮ ਸਾਡੇ ਨਿਵਰਤ ਕਰਦੀ ਹੈ, ਕਿਉਂਕਿ ਭਰਮ ਜ਼ਿੰਦਗੀ ਚੋਂ ਟਿਕਾ, ਭਰਮ ਜ਼ਿੰਦਗੀ ਦੇ ਵਿੱਚੋਂ ਭੱਜ ਦੌੜ ਹੋਰ ਵਧਾ ਦਿੰਦਾ ਹੈ, ਟਿਕਾ ਜ਼ਿੰਦਗੀ ਚੋਂ ਮੁੱਕ ਜਾਂਦਾ ਹੈ। ਤੇ ਜਦੋਂ ਕਿਤੇ ਭਰਮ ਦੀ ਬਜਾਏ ਅਸੀਂ ਗੁਰਬਾਣੀ ਦਾ ਆਸਰਾ ਤੇ ਧੀਰਜ ਲੈ ਲਈਏ, ਸਾਡੀ ਭੱਜ ਦੌੜ ਵੀ ਮੁੱਕ ਜਾਂਦੀ ਤੇ ਟਿਕਾ ਵੀ ਜੀਵਨ ਵਿੱਚ ਆ ਜਾਂਦਾ। ਭਰਮ ਹਮੇਸ਼ਾ ਭੱਜ ਦੌੜ ਪੈਦਾ ਕਰਦਾ ਹੈ ਤੇ ਭਰਮ ਦੇ ਬਦਲੇ ਜੇ ਕਿਤੇ ਜੀਵਨ ਦੇ ਅੰਦਰ ਸੱਚਮੁੱਚ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਏ ਤੇ ਉਹ ਸਾਡੀ ਜ਼ਿੰਦਗੀ ਵਿੱਚ ਟਿਕਾ ਤੇ ਸਾਨੂੰ ਧੀਰਜ ਦਿੰਦੀ ਹੈ। ਸਾਹਿਬ ਜੀ ਨੇ ਅੱਜ ਇਸੇ ਤਰ੍ਹਾਂ ਸਾਨੂੰ ਉਪਦੇਸ਼ ਦਿੰਦਿਆਂ ਸਮਝਾਇਆ ਕਿ ਉਹ ਮਾਲਕ ਪਰਮੇਸ਼ਵਰ ਜਿਹੜਾ ਨਾ, ਉਹ ਸਭਨਾਂ ਨੂੰ ਬਣਾਉਣ ਵਾਲਾ ਤੇ ਹਰ ਇੱਕ ਜੀਵ ਨੂੰ ਸੰਸਾਰ ਉੱਤੇ ਪੈਦਾ ਕਰਕੇ ਸਭਨਾਂ ਦੀ ਸੰਭਾਲ ਵੀ ਕਰਦਾ। ਤੇ ਗੁਰੂ ਇੱਕ ਐਸਾ ਸਰੋਵਰ, ਐਸਾ ਸਰਖ ਹੈ ਜਿੱਥੇ ਜਾ ਕੇ ਇਨਸਾਨ ਆਪਣੇ ਮਨ ਦੀ ਮੈਲ ਲਾਉਂਦਾ ਹੈ, ਮਨ ਦੀ ਮੈਲ ਲਾ ਕੇ ਆਪਣੇ ਜੀਵਨ ਵਿੱਚੋਂ ਭਰਮ ਖਤਮ ਕਰਦਾ ਹੈ। ਤੇ ਉਹੀ ਜੀਵ ਆਪਣੇ ਮਨ ਦੀ ਮੈਲ ਲਾਉਂਦਾ ਹੈ ਜਿਹਦੇ ਉੱਤੇ ਉਹ ਪਰਮੇਸ਼ਵਰ ਕਿਰਪਾ ਕਰਕੇ ਗੁਰੂ ਕਾ ਸ਼ਬਦ ਉਹਦੇ ਹਿਰਦੇ ਵਿੱਚ ਵਸਾ ਦੇ। ਤੇ ਜਿਹਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸ ਗਿਆ, ਉਹਦੇ ਜੀਵਨ ਦੇ ਵਿੱਚੋਂ ਫਿਰ ਹਰ ਤਰ੍ਹਾਂ ਦਾ ਭਰਮ, ਹਰ ਤਰ੍ਹਾਂ ਦਾ ਡਰ ਮੁੱਕ ਜਾਂਦਾ ਹੈ। ਤੇ ਕਹਿੰਦੇ ਜਿਨਨੇ ਭਰਮ ਚੁਕਾ ਲਿਆ ਉਹ ਸੁੱਖਾਂ ਭਰਪੂਰ ਜੀਵਨ ਬਤੀਤ ਕਰਦਾ ਹੈ। ਗੁਰੂ ਦੀ ਕਿਰਪਾ ਸਦਕਾ ਪਰਮ ਪਦ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ, ਅੰਦਰੂਨੀ ਅਧਿਆਤਮ ਤੌਰ ਦੇ ਉੱਤੇ ਨਿਰਮਲਤਾਈ ਦਾ ਪਾਤਰ ਬਣ ਜਾਂਦਾ। ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਬਾਵਜੂਦ ਵੀ ਇਨਸਾਨ ਗਿਆਨ ਤੋਂ ਸਖਣਾ ਜਿਹੜਾ ਉਹ ਭਰਮ ਵਿੱਚ ਪਿਆ ਹੋਇਆ ਤੱਤ ਨੂੰ ਨਹੀਂ ਜਾਣਦਾ। ਇਸ ਲਈ ਧਾਰਮਿਕ ਗ੍ਰੰਥ ਪੜ੍ਹਨ ਲੱਗਿਆਂ ਆਪਣੇ ਮਨਾਂ ਨੂੰ ਭਰਮ ਤੋਂ ਨਿਵਰਤ ਕਰਕੇ ਪੜ੍ਹੀਏ, ਤਾਂ ਜੋ ਧਾਰਮਿਕ ਗ੍ਰੰਥ ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਨੇ ਅਸੀਂ ਉਸ ਉਪਦੇਸ਼ ਨੂੰ ਚੰਗੇ ਢੰਗ ਨਾਲ ਸਮਝ ਸਕੀਏ ਤੇ ਆਪਣੇ ਜੀਵਨਾਂ ਵਿੱਚੋਂ ਭਰਮ ਅਸੀਂ ਖਤਮ ਕਰ ਲਈਏ। ਸਤਿਗੁਰੂ ਰਹਿਮਤ ਕਰਨ, ਕਿਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਕੇ ਸਾਨੂੰ ਵੀ ਆਪਣੀ ਬਾਣੀ ਦਾ ਆਸਰਾ ਆਧਾਰ ਦੇਣ। ਸਤਿਗੁਰੂ ਜੀ ਦੀ ਬਾਣੀ ਦੇ ਆਧਾਰ ਔਰ ਆਸਰੇ ਸਦਕਾ ਅਸੀਂ ਵੀ ਗਿਆਨ ਦੇ ਪਾਤਰ ਬਣ ਜਾਈਏ ਤੇ ਗਿਆਨ ਦੇ ਸਦਕਾ ਜੀਵਨ ਵਿੱਚੋਂ ਅਸੀਂ ਵੀ ਆਪਣੇ ਭਰਮਾਂ ਦੀ ਨਿਵਰਤੀ ਕਰਕੇ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਆਪਣਾ ਆਪਾ ਜੋੜ ਲਈਏ। ਤੇ ਮਾਲਕ ਜੀ ਅੱਗੇ ਅਰਦਾਸ ਕਰਦੇ ਰਿਹਾ ਕਰੀਏ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਮਿਹਰ ਕਰਨ,
ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਸਤਿਗੁਰੂ ਜੀ ਦੀ ਰਹਿਮਤ ਸਦਕਾ ਅਸੀਂ ਵੀ ਮਾਲਕ ਪਾਤਸ਼ਾਹ ਜੀ ਦੇ ਗਿਆਨ ਦੇ ਪਾਤਰ ਬਣ ਜਾਈਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੁਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।